हाँ जी, समूह संगत ਨੂੰ ਜਿਹੜੇ ਆਪਣੇ ਆਪਣੇ ਘਰ ਬੈਠ ਕੇ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਦੀ ਗੁਰਮਤ ਕਲਾਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਬੀਰ ਸਾਹਿਬ ਜੀ ਦਾ ਸ਼ਲੋਕ ਨੰਬਰ 192 192 ਨੰਬਰ ਸ਼ਲੋਕ ਤੋਂ ਅਸੀਂ ਵਿਚਾਰ ਆਰੰਭ ਕਰ ਰਹੇ ਹਾਂ। ਪਹਿਲਾਂ ਇਸ ਸ਼ਲੋਕ ਦੀ ਪਾਠ ਕਰਾਂਗੇ, ਉਸ ਤੋਂ ਬਾਅਦ ਇਹਦੇ ਅਰਥਾਂ ਔਰ ਇਹਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਜੀ। ਕਬੀਰ ਜਾਂ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਠ ਸਾਰ ਖੇ, ਭੂਤ ਬਸੈ ਤਿਨ ਮਾਹੇ। ਇਸ ਪਾਵਨ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਜੀ ਮਹਿਰਾਮਤ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ। ਜਿਵੇਂ ਕਿ ਆਪ ਜੀ ਨੂੰ ਗਿਆਨੀ ਜੀ ਨੇ ਪਹਿਲਾਂ ਦੱਸਿਆ ਹੀ ਹੋਵੇਗਾ ਕਿ ਸ਼ਲੋਕ ਜਿਹੜੇ ਨੇ ਇਹਨਾਂ ਦੀ ਜਿਹੜੀ ਵਿਚਾਰ ਹੈ ਪਿਛਲੇਰੇ ਕੁਝ ਸ਼ਲੋਕਾਂ ਦੇ ਨਾਲ ਰਲਾ ਕੇ ਹੀ ਸਮਝੀ ਜਾ ਸਕਦੀ ਹੈ। ਜਿਵੇਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕੀਤੇ ਨੇ ਤੇ ਇੱਕ ਪ੍ਰਕਰਣ ਦੇ ਮੁਤਾਬਕ ਇਹਨਾਂ ਸ਼ਲੋਕਾਂ ਨੂੰ ਅਸੀਂ ਸਮਝ ਸਕਦੇ ਹਾਂ, ਸੌਖਿਆਂ ਹੀ ਇਹ ਸਾਨੂੰ ਸਮਝ ਆ ਜਾਂਦੇ ਨੇ। ਸੋ ਪ੍ਰੋਫੈਸਰ ਸਾਹਿਬ ਸਿੰਘ ਜੀ ਇਹਦੇ ਅਰਥ ਇਸ ਢੰਗ ਦੇ ਨਾਲ ਕਰਦੇ ਨੇ ਕਿ ਹੇ ਕਬੀਰ, ਵੀ ਠਾਕੁਰ ਦੀ ਪੂਜਾ ਤੇ ਹਰੇਕ ਦਿਨ ਦਿਹਾੜ ਸਮੇਂ ਬ੍ਰਾਹਮਣ ਦੀ ਸੇਵਾ, ਬਸ ਇਹ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਭਾਵ ਕਿ ਇੱਕ ਕਰਮਕਾਂਡ ਕਰਨ ਵਾਲਾ ਜਾਂ ਇਹਦੇ ਵਿੱਚ ਇੱਕ ਪਰਟੀਕੂਲਰ ਅਸੀਂ ਇੱਕ ਧਰਮ ਵਿਸ਼ੇਸ਼ ਨੂੰ ਨਹੀਂ ਕਹਿ ਸਕਦੇ, ਸਾਰਿਆਂ ਤੇ ਹੀ ਇਹ ਗੱਲ ਲਾਗੂ ਹੁੰਦੀ ਹੈ, ਜਿਹਦੇ ਵਿੱਚ ਅਸੀਂ ਖੁਦ ਵੀ ਸ਼ਾਮਲ ਹਾਂ, ਜਿਹਦੇ ਵਿੱਚ ਅਸੀਂ ਸਾਡੇ ਵਰਗੇ ਜਿਹੜੇ ਧਰਮੀ ਨੇ, ਜਿਹੜੇ ਧਾਰਮਿਕ ਸਿੱਖਿਆਵਾਂ ਦੇਂਦੇ ਨੇ, ਸਾਰਿਆਂ ਦੇ ਉੱਤੇ ਇਹ ਗੱਲ ਲਾਗੂ ਹੁੰਦੀ ਹੈ। ਇਹਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਬੜੇ ਸੋਹਣੇ ਢੰਗ ਨਾਲ ਸਮਝਾਉਂਦੇ ਨੇ ਵੀ ਜਿਨ੍ਹਾਂ ਘਰਾਂ ਦੇ ਵਿੱਚ ਜਾਂ ਕਬੀਰ ਜਾਂ ਕਰ ਸਾਧ ਨਾ ਸੇਵੀ ਹੈ, ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਸੰਤ ਜਨ ਦੀ ਸੇਵਾ ਨਹੀਂ ਹੁੰਦੀ, ਭਾਵ ਗੁਰਮੁਖ ਜਨਾਂ ਦੇ ਨਾਲ ਸਤਸੰਗਤ ਨਹੀਂ ਹੁੰਦੀ, ਹਰ ਕੀ ਸੇਵਾ ਨਾਹੀਂ, ਹਰੀ ਦੀ ਸੇਵਾ ਦਾ ਭਾਵ ਖਲਕਤ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਠ ਸਾਰਖੇ, ਉਹ ਘਰ ਅਸਲ ਦੇ ਵਿੱਚ ਮਰਹਠ ਕਹਿੰਦੇ ਨੇ ਮੜੀਆਂ ਨੂੰ, ਸਾਰਖੇ ਦਾ ਮਤਲਬ ਹੁੰਦਾ ਵਰਗੇ, ਉਹ ਘਰ ਅਸਲ ਵਿੱਚ ਮੜੀਆਂ ਵਰਗੇ ਨੇ। ਭੂਤ ਬਸੈ ਤਿਨ ਮਾਹੇ, ਤੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ, ਉਹਨਾਂ ਘਰਾਂ ਦੇ ਵਿੱਚ ਵਸਣ ਵਾਲੇ ਜੀ ਜਿਹੜੇ ਨੇ, ਉਹ ਅਸਲ ਵਿੱਚ ਇਨਸਾਨ ਨਹੀਂ, ਉਹ ਭੂਤ ਨੇ, ਉਹ ਭੂਤ ਨੇ, ਵਸਦੇ ਨੇ ਉਹਨਾਂ ਘਰਾਂ ਦੇ ਵਿੱਚ। ਹੁਣ ਇੱਥੇ ਇਸ ਪਾਵਨ ਸ਼ਲੋਕ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਤੇ ਬਹੁਤ ਵਾਰੀ ਅਸੀਂ ਟਪਲਾ ਖਾ ਜਾਂਦੇ ਹਾਂ ਜਾਂ ਗਲਤ ਇੰਟਰਪ੍ਰੀਟੇਸ਼ਨ ਕਰ ਜਾਂਦੇ ਹਾਂ। ਸ਼ਾਇਦ ਕਿਤੇ ਨਾ ਕਿਤੇ ਇੱਥੇ ਭੂਤਾਂ ਦੀ ਜਾਂ ਪ੍ਰੇਤਾਂ ਦੀ ਪ੍ਰੋੜਤਾ ਹੋ ਰਹੀ ਹੈ, ਭੂਤ ਬਸੈ ਤਿਨ ਮਾਹੇ, ਕਿਉਂਕਿ ਇਹਦੇ ਇਸ ਸ਼ਲੋਕ ਨੂੰ ਲੈ ਕੇ ਬਹੁਤ ਸਾਰੇ ਸਾਡੇ ਜਿਹੜੇ ਪਹਿਲੇ ਪ੍ਰਚਾਰਕ ਸਨ ਜਾਂ ਬਹੁਤ ਸਾਰੇ ਜਿਹੜੇ ਐਸੇ ਆਮ ਗੁਰਸਿੱਖ ਸੱਜਣ ਨੇ ਜਿਹੜੇ ਕਿ ਬਾਣੀ ਪੜ੍ਹਦੇ ਨੇ, ਬਾਣੀ ਵਿਚਾਰਦੇ ਨੇ, ਪਰ ਕਈ ਵਾਰੀ ਵਿਆਕਰਣਿਕ ਨਿਯਮਾਂ ਤੋਂ ਅਣਜਾਣ ਹੋਣ ਕਰਕੇ ਜਾਂ ਗੁਰਬਾਣੀ ਦੀ ਜਿਹੜੀ ਸੰਪਾਦਨ ਸ਼ੈਲੀ ਹੈ ਉਸ ਤੋਂ ਅਣਜਾਣ ਹੋਣ ਕਰਕੇ ਇਹਦੇ ਗਲਤ ਅਰਥ ਕਰ ਜਾਂਦੇ ਨੇ। ਹੁਣ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਵੀ ਜਿਨ੍ਹਾਂ ਘਰਾਂ ਦੇ ਵਿੱਚ ਭਾਵੇਂ ਉਹ ਜਿੱਡਾ ਮਰਜ਼ੀ ਵੱਡਾ ਧਰਮੀ ਹੋਵੇ ਜਾਂ ਧਾਰਮਿਕ ਪ੍ਰਚਾਰ ਕਰਦਾ ਹੋਵੇ ਜਾਂ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੋਵੇ, ਸਮਾਜ ਦੇ ਵਿੱਚ ਜਿੰਨਾ ਮਰਜ਼ੀ ਧਰਮੀ ਹੋਵੇ, ਉਹ ਉਦੋਂ ਤੱਕ ਉਹ ਇਨਸਾਨ ਦੀ ਜੂਨ ਵਿੱਚ ਨਹੀਂ ਹੈ, ਜਾਂ ਉਹ ਘਰ ਅਸਲ ਵਿੱਚ ਘਰ ਨਹੀਂ ਹੈ ਜਿਨ੍ਹਾਂ ਘਰਾਂ ਦੇ ਵਿੱਚ ਰੱਬ ਦੀ ਕੋਈ ਗੱਲ ਨਹੀਂ ਹੁੰਦੀ, ਹਰੀ ਦੀ ਸੇਵਾ ਨਹੀਂ ਹੁੰਦੀ, ਭਾਵ ਖਲਕਤ ਦੀ ਸੇਵਾ ਨਹੀਂ ਹੁੰਦੀ, ਸਮਾਜ ਦੀ ਸੇਵਾ ਦੀ ਬਾਤ ਨਹੀਂ ਹੁੰਦੀ, ਦੁੱਖ ਦਰਦ ਕਿਸੇ ਦੇ ਵੰਡਾਏ ਨਹੀਂ ਜਾਂਦੇ। ਕਬੀਰ ਜੀ ਕਹਿੰਦੇ ਨੇ ਉਹ ਘਰਾਂ ਨੂੰ ਘਰ ਨਹੀਂ ਆਖਿਆ ਜਾ ਸਕਦਾ, ਉਹ ਘਰ ਅਸਲ ਵਿੱਚ ਮੜੀਆਂ ਵਰਗੇ ਨੇ, ਔਰ ਉਹਨਾਂ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ, ਉਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਅਸਲ ਦੇ ਵਿੱਚ ਇਨਸਾਨ ਨਹੀਂ, ਉਹ ਭੂਤਾਂ ਵਰਗੇ ਨੇ। ਇੱਕ ਵਰਨੈਕੂਲਰ ਭਾਸ਼ਾ ਦੇ ਵਿੱਚ, ਸ਼ਬਦਾਂ ਦੇ ਵਿੱਚ ਇਹਨੂੰ ਸਾਨੂੰ ਸਮਝਾਉਣ ਦਾ ਯਤਨ ਕੀਤਾ, ਜਿੱਦਾਂ ਅਸੀਂ ਇਉਂ ਕਹਿ ਸਕਦੇ ਵੀ ਪ੍ਰੋੜਾਵਾਦ ਦੇ ਅਰਥਾਂ ਦੇ ਵਿੱਚ ਇਸ ਨੂੰ ਲਿਆ ਸਮਝਾਉਣ ਦੇ ਵਾਸਤੇ। ਹੁਣ ਜਦੋਂ ਅਸੀਂ ਗੁਰਬਾਣੀ ਦਾ ਹੋਰ ਥਾਵਾਂ ਤੇ ਅਧਿਐਨ ਕਰਦੇ ਹਾਂ ਵੀ ਇੱਥੇ ਭੂਤ ਕਿਸ ਨੂੰ ਕਿਹਾ ਗਿਆ, ਪਹਿਲਾਂ ਇਸ ਗੱਲ ਨੂੰ ਸਮਝ ਲਈਏ, ਫਿਰ ਅਸੀਂ ਇਸ ਸ਼ਲੋਕ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਭੂਤ ਕਿਸ ਨੂੰ ਕਿਹਾ ਗਿਆ।
ਪ੍ਰੇਤ ਸ਼ਬਦ ਆਉਂਦਾ ਹੈ, ਪ੍ਰੇਤ ਕਿਸ ਨੂੰ ਕਿਹਾ ਗਿਆ। ਇੱਥੇ ਜਿੰਨ ਸ਼ਬਦ ਹੈ, ਜਿਹੜਾ ਆਮ ਤੁਸੀਂ ਇਸਲਾਮਿਕ ਵਰਡ ਦੇ ਵਿੱਚ ਜਦੋਂ ਅਸੀਂ ਉਹਨਾਂ ਦਾ ਧਰਮ ਗ੍ਰੰਥ ਪੜ੍ਹਦੇ ਹਾਂ ਤੇ ਉਹ ਜਿਨ ਜਿਨਾਤ ਜਿਹੜੇ ਨੇ, ਇਹਨਾਂ ਦਾ ਬੜਾ ਜ਼ਿਕਰ ਆਉਂਦਾ ਉਹਦੇ ਵਿੱਚ। ਉਹ ਅੱਜ ਵੀ ਜਿਨ੍ਹਾਂ ਨੂੰ ਮੰਨਦੇ ਨੇ, ਜਿਨਾਤਾਂ ਨੂੰ ਮੰਨਦੇ ਨੇ ਕਿ ਜਿਨ ਕਿਸੇ ਉੱਤੇ ਹਾਵੀ ਹੋ ਜਾਂਦਾ ਹੈ। ਜਿਨ ਕੀ ਹੁੰਦੇ ਨੇ। ਔਰ ਜਦੋਂ ਅਸੀਂ ਹੋਰ ਗੁਰਬਾਣੀ ਦੇ ਵਿੱਚ ਅਧਿਐਨ ਕਰਦੇ ਹਾਂ, ਕਈ ਵਾਰੀ ਸਾਨੂੰ ਬੇਤਾਲ ਸ਼ਬਦ ਆ ਜਾਂਦਾ, ਵੀ ਬੇਤਾਲ ਵੀ ਇੱਕ ਸ਼ਬਦ ਹੁੰਦਾ। ਬੇਤਾਲ ਕੀ ਹੁੰਦਾ ਹੈ। ਸੋ ਗੁਰਬਾਣੀ ਦੇ ਅੰਦਰ ਨਾ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਾ ਕੁਝ, ਗੁਰਬਾਣੀ ਦੇ ਅਰਥ ਜਦੋਂ ਅਸੀਂ ਕਰਦੇ ਹਾਂ ਤੇ ਗੁਰਬਾਣੀ ਦੇ ਮੁਤਾਬਕ ਕਰੀਏ ਤੇ ਸਾਨੂੰ ਸੌਖੇ ਸਮਝ ਆ ਜਾਂਦੇ ਨੇ। ਜਿੱਦਾਂ ਅਸੀਂ ਪ੍ਰੇਤ ਸ਼ਬਦ ਦਾ ਜਦੋਂ ਅਰਥ ਕਰੀਏ ਨਾ, ਪ੍ਰੇਤ ਕਿਸ ਨੂੰ ਕਿਹਾ ਗਿਆ, ਗੁਰਬਾਣੀ ਨੇ ਪ੍ਰੇਤ ਕਿਸ ਨੂੰ ਕਿਹਾ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਕਲ ਮਹਿ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ। ਕਲ ਮਹਿ ਪ੍ਰੇਤ ਜਿਨ ਰਾਮ ਨਾ ਪਛਾਤਾ, ਕਿ ਉਹ ਮਨੁੱਖ ਅਸਲ ਦੇ ਵਿੱਚ ਪ੍ਰੇਤ ਹੈ ਜਿਸਨੇ ਰੱਬ ਦੀ ਗੱਲ ਨੂੰ ਜਾਣਿਆ ਹੀ ਨਹੀਂ, ਜਿਸਨੇ ਰੱਬ ਨੂੰ ਜਾਣਿਆ ਨਹੀਂ, ਜਿਸਨੇ ਰੱਬ ਨੂੰ ਸਮਝਿਆ ਨਹੀਂ, ਜਿਹਦੇ ਜੀਵਨ ਦੇ ਵਿੱਚ ਸ਼ੁਭ ਗੁਣ ਮੌਜੂਦ ਨਹੀਂ। ਗੁਰਬਾਣੀ ਦੇ ਮੁਤਾਬਕ ਉਹ ਅਸਲ ਦੇ ਵਿੱਚ ਪ੍ਰੇਤ ਹੈ। ਇੱਕ ਹੋਰ ਅਸੀਂ ਸ਼ਬਦ ਪੜ੍ਹਦੇ ਹਾਂ, ਮਾਇਆ ਮੋਹ ਸਭ ਪ੍ਰੇਤ ਹੈ। ਉਹਦੇ ਅੰਦਰ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰ। ਇਹਦੇ ਵਿੱਚ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਸਾਨੂੰ ਇਹਦੀ ਇੰਟਰਪ੍ਰੀਟੇਸ਼ਨ ਮਿਲ ਜਾਏਗੀ, ਜਿਹੜਾ ਅੱਜ ਦਾ ਅਸੀਂ ਸ਼ਲੋਕ ਵਿਚਾਰਨ ਵਾਸਤੇ ਲਿਆ ਹੈ ਨਾ, ਕਿ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰ। ਇਹਦਾ ਮਤਲਬ ਹੈ ਕਿ ਵਿਕਾਰੀ ਬੰਦਾ ਜੋ ਹੈ, ਵਿਕਾਰਾਂ ਦੇ ਨਾਲ ਲਵਰੇਜ਼ ਇਨਸਾਨ, ਉਹ ਅਸਲ ਦੇ ਵਿੱਚ ਪ੍ਰੇਤ ਹੈ, ਉਹ ਇਨਸਾਨ ਨਹੀਂ ਹੈ। ਮਾਇਆ ਦੇ ਮੋਹ ਵਿੱਚ ਗਲਤਾਨ ਹੋਇਆ ਇਨਸਾਨ ਅਸਲ ਵਿੱਚ ਪ੍ਰੇਤ ਹੈ। ਤੇ ਫਿਰ ਇਸ ਤੋਂ ਅੱਗੇ ਸਾਨੂੰ ਸਮਝਾਇਆ ਵੀ ਕਾਮ ਕ੍ਰੋਧ ਅਹੰਕਾਰ, ਜਿਸ ਨੂੰ ਕਾਮ ਚਿੰਬੜਿਆ, ਜਿਹੜਾ ਹਮੇਸ਼ਾ ਕ੍ਰੋਧ ਦੇ ਵਿੱਚ ਰਹਿੰਦਾ, ਤੇ ਜਿਹੜਾ ਅਹੰਕਾਰ ਭਾਵ ਜਿਹੜਾ ਆਪਣੀ ਇਗੋਇਸਟਿਕ ਇੱਕ ਪਰਸਨੈਲਿਟੀ ਲੈ ਕੇ ਜਗਤ ਦੇ ਅੰਦਰ ਵਿਚਰਦਾ ਹੈ, ਉਹ ਅਸਲ ਦੇ ਵਿੱਚ ਪ੍ਰੇਤ ਹੈ ਗੁਰਬਾਣੀ ਦੇ ਮੁਤਾਬਕ। ਇਹ ਡੈਫੀਨੇਸ਼ਨਸ ਜਦੋਂ ਅਸੀਂ ਇਸ ਢੰਗ ਦੇ ਨਾਲ ਸਮਝਦੇ ਹਾਂ, ਗੁਰਬਾਣੀ ਦਾ ਬਹੁਤ ਸਾਰੇ ਪ੍ਰਮਾਣ ਲੈ ਕੇ ਅਧਿਐਨ ਕਰਦੇ ਹਾਂ, ਤੇ ਸਾਨੂੰ ਸਮਝ ਆ ਜਾਂਦਾ ਹੈ ਕਿ ਅਸਲ ਵਿੱਚ ਪ੍ਰੇਤ ਕਿਸ ਨੂੰ ਕਿਹਾ ਗਿਆ, ਪ੍ਰੇਤ ਕੌਣ ਹੈ। ਜਿਨ ਦੀ ਜਦੋਂ ਅਸੀਂ ਬਾਤ ਕਰਦੇ ਹਾਂ, ਜਿਨ ਕੌਣ ਹੈ, ਗੁਰਬਾਣੀ ਦੇ ਵਿੱਚ ਇੱਕ ਪ੍ਰਮਾਣ ਹੁੰਦਾ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਿ ਜਿਹੜਾ ਆਪਣੇ ਜੀਵਨ ਦੇ ਅੰਦਰ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ, ਇੱਕ ਐਸਾ ਟੱਬਰ ਕ੍ਰੀਏਟ ਕਰ ਲਿਆ ਕਿ ਜਿਹੜਾ ਸਾਰਾ ਟੱਬਰ ਹੀ ਨਾਮ ਬਾਣੀ ਤੋਂ ਟੁੱਟਿਆ ਹੋਇਆ ਹੈ। ਯਾਨੀ ਕਿ ਘਰ ਵਿੱਚ ਰਹਿਣ ਵਾਲੇ ਜਿੰਨੇ ਜੀ ਨੇ ਨਾ, ਪਤੀ ਪਤਨੀ ਨੇ, ਬੱਚੇ ਨੇ, ਛੋਟੀ ਬੱਚੀ ਹੈ, ਬੇਟਾ ਹੈ, ਆਪ ਉਹ ਇਸਤਰੀ ਹੈ, ਉਹ ਸਾਰਿਆਂ ਦੀ ਸਰਦਾਰ ਨੇ ਜਿਨ੍ਹਾਂ ਦੀ, ਔਰ ਇਹ ਸਾਰੇ ਛੋਟੇ ਛੋਟੇ ਜਿਨਾਤ ਬਣੇ ਨੇ। ਯਾਨੀ ਕਿ ਗੁਰਬਾਣੀ ਦੇ ਵਿੱਚ ਐਸੇ ਪਰਿਵਾਰ ਨੂੰ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ, ਵਿਕਾਰੀ ਹੈ, ਜਿਨ੍ਹਾਂ ਦੇ ਘਰਾਂ ਦੇ ਅੰਦਰ ਕਦੇ ਰੱਬ ਦੀ ਬਾਤ ਨਹੀਂ ਹੁੰਦੀ, ਅਸਲ ਵਿੱਚ ਉਹਨਾਂ ਨੂੰ ਹੀ ਜਿੰਨ ਕਿਹਾ ਗਿਆ। ਜਿੰਨ ਕਿਸ ਨੂੰ ਕਿਹਾ, ਇਹ ਗੁਰਬਾਣੀ ਦੇ ਇਸ ਪ੍ਰਮਾਣ ਤੋਂ ਬਿਲਕੁਲ ਸਪਸ਼ਟ ਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਦਾ ਹੋਰ ਅਧਿਐਨ ਕਰਦੇ ਹਾਂ, ਹੁਣ ਭੂਤ ਸ਼ਬਦ ਆਉਂਦਾ ਹੈ। ਜਦੋਂ ਅਸੀਂ ਭੂਤ ਸ਼ਬਦ ਦਾ ਵੇਖਦੇ ਹਾਂ, ਹੋਰ ਅਰਥਾਂ ਦੇ ਵਿੱਚ ਵੀ ਬਾਣੀ ਦੇ ਅੰਦਰ ਭੂਤ ਸ਼ਬਦ ਆਇਆ ਹੈ। ਸਾਰ ਭੂਤ ਸਤ ਹਰ ਕੋ ਨਾਉ, ਇਹਦਾ ਮਤਲਬ ਭੂਤ ਇੱਥੇ ਉਹ ਭੂਤ ਨਹੀਂ ਜਿਹੜਾ ਭੂਤ ਅਸੀਂ ਆਮ ਤੌਰ ਤੇ ਕਲਪਿਤ ਕਰਕੇ ਰੱਖਦੇ ਹਾਂ। ਇੱਥੇ ਭੂਤ ਸ਼ਬਦ ਦਾ ਅਰਥ ਹੈ ਕਿ ਪ੍ਰਭੂ ਦਾ ਨਾਮ ਸਾਰੇ ਪਦਾਰਥਾਂ ਤੋਂ ਉੱਤਮ ਹੈ। ਸਾਰ ਭੂਤ ਸਤ ਹਰ ਕੋ ਨਾਉ। ਮੁਰਦਾ ਸਰੀਰ ਬਾਰੇ ਵੀ ਭੂਤ ਸ਼ਬਦ ਵਰਤਿਆ ਗਿਆ ਗੁਰਬਾਣੀ ਦੇ ਅੰਦਰ। ਜਿੱਦਾਂ ਅਸੀਂ ਇੱਕ ਪ੍ਰਮਾਣ ਜਿਹੜੇ ਆਮ ਤੌਰ ਤੇ ਮ੍ਰਿਤਕ ਸੰਸਕਾਰਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਉਹਨਾਂ ਦੇ ਵਿੱਚ ਇਹ ਸ਼ਬਦ ਅਸੀਂ ਸੁਣਦੇ ਹਾਂ ਕਿ ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਇੱਥੇ ਮੁਰਦਾ ਸਰੀਰ ਵਾਸਤੇ ਭੂਤ ਸ਼ਬਦ ਵਰਤਿਆ ਗਿਆ ਹੈ, ਵਿਕਾਰਾਂ ਦੇ ਵਾਸਤੇ ਭੂਤ ਸ਼ਬਦ ਵਰਤਿਆ ਗਿਆ ਹੈ। ਪਰ ਜਦੋਂ ਅਸੀਂ ਗੁਰਬਾਣੀ ਦਾ ਸਹੀ ਅਧਿਐਨ ਕਰਦੇ ਹਾਂ ਤੇ ਸਾਨੂੰ ਇਸ ਬਾਬਤ ਪਤਾ ਲੱਗਦਾ ਹੈ ਕਿ ਕਬੀਰ ਸਾਹਿਬ ਜੀ ਜਿੱਥੇ ਅੱਜ ਸਾਨੂੰ ਸਮਝਾਉਣਾ ਚਾਹ ਰਹੇ ਨੇ, ਉਹਦਾ ਭਾਵ ਅਰਥ ਇਹ ਹੈ ਕਿ ਉਹ ਘਰ ਜਿਨ੍ਹਾਂ ਘਰਾਂ ਦੇ ਵਿੱਚ ਕਬੀਰ ਜਾਂਕਰ ਸਾਧ ਨਾ ਸੇਵੀਆਂ, ਜਿਨ੍ਹਾਂ ਘਰਾਂ ਦੇ ਵਿੱਚ ਕਦੇ
ਕਦੇ ਰੱਬ ਦੀ ਬਾਤ ਨਹੀਂ ਹੁੰਦੀ, ਸਤਸੰਗਤ ਦੀ ਗੱਲ ਨਹੀਂ ਹੁੰਦੀ। ਹਰ ਕੀ ਸੇਵਾ ਨਾਹੀਂ, ਖਲਕਤ ਦੀ ਸੇਵਾ ਵਾਲੀ ਜਿਨ੍ਹਾਂ ਜੀਆਂ ਦੇ ਵਿੱਚ ਭਾਵਨਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਅਸਲ ਦੇ ਵਿੱਚ ਸ਼ਮਸ਼ਾਨਾਂ ਵਰਗੇ ਹੋ ਜਾਂਦੇ ਨੇ, ਮੜੀਆਂ ਵਰਗੇ ਹੋ ਜਾਂਦੇ ਨੇ, ਮੜੀਆਂ ਵਰਗੇ ਨੇ ਉਹ ਘਰ। ਤੇ ਭੂਤ ਬਸੈ ਤਿਨ ਮਾਹੀ, ਉਹਨਾਂ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਭੂਤਨੇ ਨੇ। ਹੁਣ ਇੱਥੇ ਮੈਂ ਛੋਟੀ ਐਗਜ਼ਾਮਪਲ ਆਪਦੇ ਸਾਹਮਣੇ ਰੱਖਾਂ, ਜਿਹੜੀ ਸਾਨੂੰ ਹੋਰ ਸੌਖਾ ਸ਼ਬਦ ਸਮਝ ਆਵੇਗਾ। ਇੱਕ ਕਹਾਣੀ ਦੇ ਤੌਰ ਤੇ ਇਸ ਨੂੰ ਲਿਓ। ਇੱਕ ਮੈਂ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਮੈਂ ਇਹ ਛੋਟੀ ਜੀ ਘਟਨਾ ਦਾ ਜ਼ਿਕਰ ਇੱਕ ਵਿਦਵਾਨ ਨੇ ਕੀਤਾ। ਉਹ ਕਹਿੰਦੇ ਵੀ ਇੱਕ ਨਾ ਪਿੰਡ ਦੇ ਵਿੱਚ ਘਰ ਸੀ, ਇੱਕ ਪਿੰਡ ਵਿੱਚ ਘਰ ਸੀ, ਤੇ ਉੱਥੇ ਦੋ ਜੀ ਰਹਿੰਦੇ ਸੀ, ਪਤੀ ਪਤਨੀ ਆਪ। ਤੇ ਉਹ ਦੋਵੇਂ ਜੀ ਜਿਹੜੇ ਨੇ, ਉਹਨਾਂ ਦੇ ਅੰਦਰ ਨਾ ਈਗੋ ਪ੍ਰੋਬਲਮ ਬੜੀ ਸੀ ਦੋਨਾਂ ਜੀਆਂ ਦੇ ਵਿੱਚ। ਕਹਿੰਦੇ ਨੇ ਵੀ ਇੱਕ ਦਿਨ ਪਤਨੀ ਨੇ ਨਾ ਕੁਝ ਲੱਡੂ ਬਣਾਏ ਤੇ ਲੱਡੂ ਬਣਾ ਕੇ ਉਹ ਕਹਿਣ ਲੱਗੀ ਵੀ ਆਹ ਲੱਡੂ ਜਿਹੜੇ ਨੇ ਆ ਅਸੀਂ ਮਤਲਬ ਵੰਡ ਲੈਂਦੇ ਆ, ਅੱਧੇ ਤੂੰ ਲੈ ਲੈ, ਅੱਧੇ ਮੈਂ ਲੈ ਲੈਂਦੀ ਆ। ਪਤੀ ਕਹਿੰਦਾ ਠੀਕ ਹੈ। ਤੇ ਜਦੋਂ ਲੱਡੂਆਂ ਦੀ ਗਿਣਤੀ ਕੀਤੀ ਤੇ ਲੱਡੂ ਸੀਗੇ 7। ਹੁਣ ਪਤਨੀ ਕਹਿੰਦੀ ਵੀ 4 ਮੈਂ ਰੱਖਣੇ ਨੇ, ਪਤੀ ਕਹਿੰਦਾ ਵੀ 4 ਮੈਂ ਰੱਖਣੇ ਨੇ। 3 ਰੱਖਣ ਨੂੰ ਦੋਨਾਂ ਦੇ ਵਿੱਚੋਂ ਕੋਈ ਵੀ ਤਿਆਰ ਨਹੀਂ। ਇਹਦਾ ਮਤਲਬ ਈਗੋ ਪ੍ਰੋਬਲਮ ਆ ਗਈ ਵੀ ਮੈਂ ਵੱਡਾ, ਉਹ ਕਹਿੰਦੀ ਵੀ ਮੈਂ ਬਣਾਏ ਨੇ ਇਸ ਕਰਕੇ 4 ਮੈਂ ਲਵਾਂਗੀ। ਤੇ ਪਤੀ ਕਹਿਣ ਲੱਗਾ ਵੀ ਸਮਾਨ ਤੇ ਮੈਂ ਲੈ ਕੇ ਆਇਆ ਤੇ 4 ਮੇਰਾ 4 ਤੇ ਮੇਰਾ ਹੱਕ ਬਣਦਾ ਹੈ, ਯਾਨੀ ਕਿ ਜ਼ਿਆਦਾ ਤੇ ਮੇਰਾ ਹੱਕ ਬਣਦਾ ਹੈ। ਹੁਣ ਜਦੋਂ ਇਹ ਗੱਲਬਾਤ ਹੋ ਰਹੀ ਸੀ, ਦੋਨਾਂ ਦਾ ਝਗੜਾ ਹੋ ਗਿਆ ਤੇ ਝਗੜਾ ਵੱਧ ਗਿਆ। ਉਹ ਕਹਿਣ ਲੱਗੇ ਚਲੋ ਅਸੀਂ ਸ਼ਰਤ ਰੱਖ ਲੈਂਦੇ ਆ ਵੀ ਜਿਹੜਾ ਸ਼ਰਤ ਇਹ ਵੇ ਵੀ ਜਿਹੜਾ ਸਾਡੇ ਦੋਨਾਂ ਤੋਂ ਪਹਿਲਾਂ ਬੋਲੇਗਾ ਉਹ ਸ਼ਰਤ ਹਾਰ ਜਾਵੇਗਾ ਤੇ ਉਸ ਨੂੰ 3 ਲੱਡੂ ਰੱਖਣੇ ਪੈਣੇ ਨੇ ਤੇ 4 ਸ਼ਰਤ ਜਿੱਤਣ ਵਾਲਾ ਰੱਖੇਗਾ। ਦੋਨੋਂ ਚੁੱਪ ਹੋ ਗਏ, ਮੌਨ ਵਰਤ ਧਾਰਨ ਕਰ ਲਿਆ ਦੋਵਾਂ ਨੇ। ਹੁਣ ਹੋਇਆ ਕਿ ਉਸ ਸਮੇਂ ਦੇ ਅੰਦਰ ਉਸ ਵੇਲੇ ਦੇ ਵਿੱਚ ਕੀ ਹੋਇਆ ਕਿ ਉਸ ਪਤਨੀ ਨੇ ਸਾਰੀ ਰਾਤ ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਨਾ ਰੋਟੀ ਬਣਾਈ, ਨਾ ਪ੍ਰਸ਼ਾਦਾ ਤਿਆਰ ਕੀਤਾ। ਸੌਂ ਗਏ, ਭੁੱਖੇ ਪੇਟ ਸੌਂ ਗਏ ਉਹ ਦੋਵੇਂ ਜਣੇ। ਸਵੇਰ ਹੋਈ, ਸਵੇਰੇ ਵੀ ਦੋਵੇਂ ਜੀ ਬਿਲਕੁਲ ਆਪਸ ਦੇ ਵਿੱਚ ਨਾ ਬੋਲੇ, ਮਾੜਾ ਮੋਟਾ ਜੋ ਉਹਨਾਂ ਨੇ ਪਾਣੀ ਪੂਣੀ ਪੀਤਾ, ਫਿਰ ਸੌਂ ਗਏ ਮੁੜ ਕੇ, ਸਾਰਾ ਦਿਨ ਫਿਰ ਸੁੱਤੇ ਰਹੇ। ਅਗਲਾ ਦਿਨ ਜਦੋਂ ਚੜਿਆ ਨਾ ਤੇ ਗਵਾਂਢੀਆਂ ਨੂੰ ਇਹ ਪਰੇਸ਼ਾਨੀ ਹੋ ਗਈ ਵੀ ਉਹ ਕਹਿਣ ਲੱਗੇ ਵੀ ਇਹ ਤੇ ਅੰਦਰ ਰਹਿਣ ਵਾਲੇ ਨਹੀਂ ਸੀ, ਚਲੋ ਅੰਦਰ ਜਾ ਕੇ ਦੇਖਦੇ ਹਾਂ ਆਖਰ ਇਹਨਾਂ ਨਾਲ ਬਣੀ ਕੀ ਹੈ। ਦਰਵਾਜ਼ਾ ਖਟਕਾਇਆ ਕਿਸੇ ਨੇ, ਗਵਾਂਢਣ ਨੇ ਆ ਕੇ, ਤੇ ਉਸਨੇ ਕਿਹਾ ਵੀ ਤੁਸੀਂ ਦਰਵਾਜ਼ਾ ਖੋਲੋ। ਹੁਣ ਅੰਦਰੋਂ ਵਾਸਤੇ ਦੇਣੀ ਪੈਣੀ ਸੀ। ਆਪਣੀ ਈਗੋ ਦੇ ਸਦਕਾ, ਆਪਣੀ ਈਗੋ ਦੇ ਪ੍ਰੋਬਲਮ ਦੇ ਸਦਕਾ ਦੋਨਾਂ ਦੇ ਵਿੱਚ ਇੰਨੀ ਜ਼ਿਆਦਾ ਉਹ ਈਗੋ ਪ੍ਰਬਲ ਸੀਗੀ ਕਿ ਉਹ ਦੋਵੇਂ ਜੀ ਜਿਹੜੇ ਨੇ ਪਹਿਲਾਂ ਬੋਲਣ ਵਾਸਤੇ ਤਿਆਰ ਹੀ ਨਹੀਂ ਸੀ ਵੀ ਅਸੀਂ ਸ਼ਰਤ ਹਾਰ ਜਾਵਾਂਗੇ। ਗੱਲ ਲੱਡੂਆਂ ਦੀ ਨਹੀਂ ਸੀ, ਗੱਲ ਹੰਕਾਰ ਦੀ ਸੀਗੀ। ਉਹ ਦੋਵੇਂ ਬੋਲੇ ਨਹੀਂ। ਖੈਰ ਉਹ ਜਿਹੜੀ ਗਵਾਂਢਣ ਸੀ ਉਹ ਪਿੰਡ ਦੇ ਹੋਰ ਲੋਕਾਂ ਨੂੰ ਲੈ ਆਈ, ਤੇ ਜਦੋਂ ਪਿੰਡ ਦੇ ਹੋਰ ਲੋਕਾਂ ਨੂੰ ਲੈ ਕੇ ਆਈ ਤੇ ਆ ਕੇ ਉਸਨੇ ਸਾਰੇ ਬੰਦਿਆਂ ਨੇ ਆ ਕੇ ਜਦੋਂ ਦਰਵਾਜ਼ਾ ਖੜਕਾਇਆ, ਉਹਨਾਂ ਨਾ ਖੋਲਿਆ, ਨਾ ਉਹ ਬੋਲੇ ਦੋਵੇਂ ਜੀ। ਇਹ ਦੋਵੇਂ ਅੰਦਰ ਚਲੇ ਗਏ ਤੇ ਜਦੋਂ ਅੰਦਰ ਗਏ ਤੇ ਜਾ ਕੇ ਦੇਖਦੇ ਨੇ ਵੀ ਦੋਵੇਂ ਲੰਮੇ ਪਏ ਹੋਏ ਨੇ। ਤੇ ਉਹ ਆ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਉੱਠੋ, ਤੁਸੀਂ ਬੋਲਦੇ ਨਹੀਂ, ਕੀ ਗੱਲ ਬਿਮਾਰ ਹੋ? ਦੋਵਾਂ ਜਣਿਆਂ ਨੇ ਫੇਰ ਨਹੀਂ ਕੋਈ ਬਾਤ ਕੀਤੀ, ਨਹੀਂ ਬੋਲੇ। ਹੁਣ ਜਿਹੜੇ ਪਿੰਡ ਦੇ ਲੋਕ ਸੀ ਨਾ ਉਹ ਕਹਿਣ ਲੱਗੇ ਬਈ ਲੱਗਦਾ ਇਹ ਦੋਵੇਂ ਮਰ ਗਏ ਨੇ, ਇਸ ਕਰਕੇ ਨਹੀਂ ਬੋਲਦੇ। ਹੁਣ ਕਹਿਣ ਲੱਗੇ ਚਲੋ ਜੇ ਮਰ ਗਏ ਨੇ ਤੇ ਇਹਨਾਂ ਦਾ ਸੰਸਕਾਰ ਦਾ ਯਤਨ ਕਰਦੇ ਆ, ਸੰਸਕਾਰ ਦਾ ਇਹਨਾਂ ਦਾ ਪ੍ਰਬੰਧ ਕਰਦੇ ਆ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਖਬਰ ਕਰੋ। ਹਲੇ ਉਹ ਬੰਦੇ ਬਾਹਰ ਜਾਣ ਨੂੰ ਹੀ ਹੋਏ ਸੀ, ਵਿੱਚੋਂ ਇੱਕ ਜੀ ਜਿਹੜਾ ਪਤੀ ਸੀਗਾ ਉਹ ਕਹਿਣ ਲੱਗਾ ਭਗਵਾਨ ਨੇ ਵੀ ਹੁਣ ਤੇ ਬੋਲ ਪਿਆ, ਹੁਣ ਤੇ ਸਾਨੂੰ ਸੰਸਕਾਰ ਕਰਨ ਦਾ ਜਿਹੜਾ ਸਮਾਂ ਆ ਗਿਆ, ਹੁਣ ਤੇ ਸਾਨੂੰ ਉਧਰ ਲੈ ਜਾਣਗੇ, ਹੁਣ ਤੇ ਇਹ ਸਮਾਂ ਆ ਗਿਆ ਵੀ ਸਾਨੂੰ ਸੰਸਕਾਰ ਦੀਆਂ ਗੱਲਾਂ ਕਰਨੇ ਨੇ। ਚੱਲ ਤੂੰ ਜਿੱਤੀ, 4 ਤੂੰ ਲੈ ਲਈ, 3 ਮੈਂ ਲੈ ਲਵਾਂਗਾ। ਕਹਿੰਦੇ ਕਿ ਹਲੇ ਇਹਨਾਂ ਦੀ ਆਪਸ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਵੀ 7 ਜਿਹੜੇ 7 ਨੇ ਵੀ 4 ਤੂੰ ਖਾ ਲਈ ਤੇ 3 ਮੈਂ ਖਾ ਲਵਾਂਗਾ। ਹੁਣ ਕੁਦਰਤੀ ਹੋਇਆ ਕਿ ਜਿਹੜੇ ਬੰਦੇ ਇਹਨਾਂ ਦੇ ਘਰ ਆਏ ਸੀ ਉਹ 7 ਦੀ ਗਿਣਤੀ ਦੇ ਵਿੱਚ ਆਏ ਸੀਗੇ, ਉਹ 7 ਜੀ ਸੀਗੇ। ਉਹ ਕਹਿਣ ਲੱਗੇ ਵੀ ਇਹ ਮਰਨ ਤੋਂ ਬਾਅਦ ਤੇ ਭੂਤ ਬਣ ਗਏ ਨੇ, ਇਹ ਮਰਨ ਤੋਂ ਬਾਅਦ ਤੇ ਭੂਤ ਬਣ ਗਏ, ਸਾਨੂੰ ਖਾਣ ਦੀਆਂ ਗੱਲਾਂ ਕਰ ਰਹੇ ਨੇ। ਸਾਰੇ ਘਰ ਤੋਂ ਬਾਹਰ ਦੌੜ ਗਏ ਤੇ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਗਈ ਵੀ ਉਹ ਜਿਹੜੇ 2 ਜੀ ਮਰੇ ਨੇ ਭੂਤ ਬਣ ਗਏ ਨੇ ਤੇ ਪਿੰਡ ਨੂੰ ਖਾਣ ਦੀਆਂ ਗੱਲਾਂ ਕਰ ਰਹੇ ਨੇ। ਅਸੀਂ 7 ਜੀ ਗਏ ਸੀ, ਇੱਕ ਕਹਿੰਦਾ 4 ਤੂੰ ਖਾ ਲਈ ਤੇ ਦੂਜੀ ਕਹਿੰਦੀ 3 ਤੂੰ ਖਾ ਲਈ। ਉਹ ਖਾਣ ਦੀਆਂ ਗੱਲਾਂ ਕਰ ਰਹੇ ਨੇ ਸਾਰੇ ਦੇ ਸਾਰੇ। ਸਾਰਾ ਪਿੰਡ ਆਪਣਾ ਆਪਣਾ ਸਮਾਨ ਚੱਕ ਕੇ ਉਹ ਪਿੰਡ ਖਾਲੀ ਹੋ ਗਿਆ। ਇਹ ਦੋਵੇਂ ਜੀ ਉੱਠੇ
ਉੱਠ ਕੇ ਜਦੋਂ ਇਹਨਾਂ ਨੇ ਆਪਣੇ ਭਾਂਡੇ ਦੇਖੇ, ਉਹ ਲੱਡੂ ਵੇਖੇ, ਉਸ ਤੋਂ ਬਾਅਦ ਇਹ ਜਦੋਂ ਬਾਹਰ ਨਿਕਲ ਕੇ ਗਏ ਤੇ ਬਾਹਰ ਦੇਖਦੇ ਨੇ ਸਾਰਾ ਪਿੰਡ ਖਾਲੀ ਪਿਆ, ਸੁੰਨਸਾਨ ਪਿਆ। ਇਹਨਾਂ ਨੇ ਸੋਚਿਆ ਵੀ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲ ਗਈ। ਇਹ ਵੀ ਆਪਣਾ ਜਿਹੜਾ ਭਾਂਡਾ ਲੈ ਕੇ, ਸਮਾਨ ਲੈ ਕੇ, ਇਕੱਠਾ ਕਰਕੇ ਇਹ ਵੀ ਪਿੰਡ ਛੱਡ ਕੇ ਚਲੇ ਗਏ। ਭਾਵ ਕਿ ਮੂਰਖ ਔਰ ਇਗੋਇਸਟਿਕ ਬਿਹੇਵੀਅਰ ਕਰਕੇ ਉਹ ਪੂਰਾ ਦਾ ਪੂਰਾ ਪਿੰਡ ਉਜੜ ਗਿਆ। ਉਹ ਘਰ ਅਸਲ ਦੇ ਵਿੱਚ, ਹੁਣ ਇਸ ਨੂੰ ਕੀ ਆਖੋਗੇ, ਹੈ ਤੇ ਕਹਾਣੀ, ਇੱਕ ਛੋਟੀ ਜਿਹੀ ਘਟਨਾ ਜਿਹੜਾ ਇੱਕ ਵਿਦਵਾਨ ਸੱਜਣ ਨੇ ਜ਼ਿਕਰ ਕੀਤਾ, ਪਰ ਇਹ ਘਟਨਾ ਨਾ ਅਸਲ ਵਿੱਚ ਹਰ ਘਰ ਦਾ ਇੱਕ ਆਈਨਾ ਹੈ। ਹਰ ਘਰ ਦੇ ਅੰਦਰ ਸਾਨੂੰ ਇਸ ਜਿਹੜੀ ਕਹਾਣੀ ਮਿਲ ਜਾਂਦੀ ਹੈ ਕਿ ਜਿੱਥੇ ਨਿੱਕੀ ਨਿੱਕੀ ਗੱਲਾਂ ਦੇ ਝਗੜੇ ਹੁੰਦੇ ਨੇ, ਜਿੱਥੇ ਈਗੋਇਸਟਿਕ ਪ੍ਰੋਬਲਮ ਹੈ, ਜਿੱਥੇ ਕੋਈ ਝੁਕਣਾ ਨਹੀਂ ਚਾਹੁੰਦਾ, ਔਰ ਨਾ ਝੁਕਣ ਕਰਕੇ ਹੁੰਦਾ ਕੀ ਹੈ ਕਿ ਉਹ ਘਰ ਦੇ ਵਿੱਚ ਕਦੇ ਵੀ ਕਲੇਸ਼ ਖਤਮ ਨਹੀਂ ਹੁੰਦਾ, ਕਿਉਂਕਿ ਉਹ ਨੀਵਾਂ ਨਹੀਂ ਹੋਣਾ ਚਾਹੁੰਦਾ। ਹੁਣ ਐਸੇ ਜੀਆਂ ਦੀ ਬਾਤ ਹੀ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ, ਵੀ ਜਿਨ੍ਹਾਂ ਘਰਾਂ ਦੇ ਵਿੱਚ ਹਰ ਸਮੇਂ ਐਸਾ ਕਲੇਸ਼ ਰਹਿੰਦਾ ਹੋਵੇ, ਜਿਨ੍ਹਾਂ ਘਰਾਂ ਦੇ ਵਿੱਚ ਕਦੇ ਰੱਬ ਦੀ ਗੱਲ ਹੀ ਨਾ ਹੁੰਦੀ ਹੋਵੇ, ਕਦੇ ਗੁਰਬਾਣੀ ਦੀ ਡਿਸਕਸ਼ਨ ਹੀ ਨਾ ਹੁੰਦੀ ਹੋਵੇ, ਕਦੇ ਸ਼ੁਭ ਗੁਣਾਂ ਦੀ ਬਾਤ ਹੀ ਨਾ ਹੁੰਦੀ ਹੋਵੇ, ਉਹ ਘਰ ਅਸਲ ਦੇ ਵਿੱਚ ਘਰ ਨਹੀਂ ਹੁੰਦੇ, ਉਹ ਘਰ ਮੜੀਆਂ ਹੁੰਦੀਆਂ ਨੇ, ਸ਼ਮਸ਼ਾਨ ਹੁੰਦੇ ਨੇ। ਤੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਹੁੰਦੇ, ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹੀ ਅਸਲ ਦੇ ਵਿੱਚ ਭੂਤ ਨੇ। ਹੁਣ ਜਦੋਂ ਇਸ ਸ਼ਲੋਕ ਨੂੰ ਅਸੀਂ ਸਮਝਾਂਗੇ ਨਾ ਹੋਰ ਗਹਿਰੇ ਤਲ ਤੇ, ਅਸੀਂ ਡੀਪਲੀ ਇਹਦੀ ਸਟੱਡੀ ਕਰਦੇ ਹਾਂ ਤੇ ਜਾਂਦੇ ਹਾਂ ਗੁਰਬਾਣੀ ਦੇ ਅਨੁਸਾਰ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪੁੱਛਿਆ ਵੀ ਕੀ ਚੇਂਜ ਕੀਤਾ ਜਾ ਸਕਦਾ ਹੈ ਇਸ ਬਿਹੇਵੀਅਰ ਨੂੰ, ਕਿ ਅਸੀਂ ਚੇਂਜ ਹੋ ਸਕਦੇ ਹਾਂ? ਕਹਿੰਦੇ ਬਿਲਕੁਲ ਹੋਇਆ ਜਾ ਸਕਦਾ ਹੈ। ਕਹਿੰਦੇ ਵੀ ਇੱਕ ਭੱਟ ਸਾਹਿਬਾਨ ਬੜਾ ਪਿਆਰਾ ਬਚਨ ਕਰਦੇ ਨੇ, ਉਹ ਕਹਿੰਦੇ ਨੇ ਵੀ ਕਾਠੋ ਸ਼੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਅੰਦਰ ਇੰਨੀ ਬਰਕਤ ਹੈ ਕਿ ਕਾਠੋ ਸ਼੍ਰੀਖੰਡ ਸਤਿਗੁਰ ਕੀਓ, ਤੇ ਕਾਠ ਤੋਂ ਸ਼੍ਰੀਖੰਡ ਦਾ ਮਤਲਬ ਹੁੰਦਾ ਚੰਦਨ ਦੀ ਲੱਕੜੀ। ਕਹਿੰਦੇ ਨੇ ਔਗਣ ਤੇ ਸਾਰਿਆਂ ਦੇ ਵਿੱਚ ਨੇ, ਅਵਗੁਣਾਂ ਦੇ ਨਾਲ ਸਾਰਾ ਹੀ ਜਗਤ ਭਰਿਆ ਹੋਇਆ ਹੈ, ਪਰ ਜੇ ਇੱਕ ਸ਼ਬਦ ਦਾ ਓਟ ਆਸਰਾ ਲੈ ਲਿਆ ਜਾਵੇ, ਜੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਲਿਆ ਜਾਵੇ, ਤੇ ਇੱਕ ਮਾਮੂਲੀ ਜੀ ਕਾਠ ਤੋਂ, ਲੱਕੜ ਤੋਂ ਸ਼੍ਰੀਖੰਡ ਦਾ ਮਤਲਬ ਚੰਦਨ ਦੀ ਲੱਕੜ ਵਰਗਾ ਮਹਿੰਗਾ ਤੇ ਕੀਮਤੀ ਬਣਿਆ ਜਾ ਸਕਦਾ ਹੈ। ਕਾਠੋ ਸ਼੍ਰੀਖੰਡ ਸਤਿਗੁਰ ਕੀ, ਦੁੱਖ ਦਰਿਦਰ ਤਿਨਕੇ ਗਏ, ਤੇ ਉਹਨਾਂ ਦੇ ਦੁੱਖ ਦਰਿਦਰ ਖਤਮ ਹੋ ਜਾਂਦੇ ਨੇ। ਸਤਿਗੁਰੂ ਚਰਨ ਜਿਨ ਪਰਸਿਆ, ਛੇ ਪਸ਼ ਪ੍ਰੇਤ, ਉਹੀ ਮਨੁੱਖ ਜਿਹੜਾ ਕਦੇ ਪਸ਼ੂ ਬਣ ਕੇ ਘੁੰਮਦਾ ਸੀ ਨਾ, ਜਿੱਦਾਂ ਸਵਾਨ ਬਿਰਤੀ ਆ ਜਾਂਦੀ ਹੈ ਕਿ ਇੱਕ ਕੁੱਕਰ ਦੀ ਬਿਰਤੀ ਹੈ, ਕੁੱਤੇ ਦੀ ਬਿਰਤੀ ਹੈ, ਲੋਭੀ ਇਨਸਾਨ ਜਿਹੜਾ ਹੈ ਪਸ਼ੂ ਬਣ ਕੇ ਘੁੰਮਦਾ ਹੈ। ਤੇ ਐਸਾ ਇਨਸਾਨ ਜਿਹੜਾ ਕਿ ਮਾਇਆ ਮੋਹ ਦੇ ਅੰਦਰ ਖਚਤ ਹੋਇਆ, ਵਿਕਾਰਾਂ ਦੇ ਵਿੱਚ ਖਚਤ ਹੋਇਆ ਇਨਸਾਨ ਜਿਹੜਾ ਪ੍ਰੇਤ ਬਣ ਕੇ ਘੁੰਮਦਾ ਹੈ। ਤੇ ਕਹਿੰਦੇ ਜਦੋਂ ਗੁਰੂ ਦੇ ਚਰਨ ਪਰਸ ਲੈਂਦਾ ਨਾ, ਤੇ ਪਾਪੀ ਤੋਂ ਪਾਪੀ ਇਨਸਾਨ ਜਿਹੜਾ ਕਦੇ ਪ੍ਰੇਤ ਬਣ ਕੇ ਭਟਕਦਾ ਫਿਰਦਾ ਸੀ ਨਾ, ਥਾਂ ਥਾਂ ਤੇ ਜਿਹੜਾ ਕਬਜ਼ੇ ਕਰਦਾ ਫਿਰਦਾ ਸੀ ਲੋਕਾਂ ਦੇ ਜਗ੍ਹਾਵਾਂ, ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ, ਹੁਣ ਉਹਦਾ ਜੀਵਨ ਤਬਦੀਲ ਹੋ ਗਿਆ ਹੈ। ਹੁਣ ਉਹ ਇੱਕ ਟਰਾਂਸਫਾਰਮ ਅਵਸਥਾ ਦੇ ਵਿੱਚ ਆ ਜਾਂਦਾ ਹੈ ਗੁਰੂ ਦਾ ਸ਼ਬਦ ਉਸ ਨੂੰ ਲੈ ਕੇ। ਬੰਦਾ ਤੇ ਉਹੀ ਹੈ, ਕਲਬੂਤ ਵੀ ਉਹੀ ਹੈ, ਦਿਮਾਗ ਵੀ ਉਹੀ ਹੈ, ਪਰ ਬਦਲਿਆ ਕੀ? ਥਾਟ ਪ੍ਰੋਸੈਸ ਬਦਲਦਾ ਹੈ, ਉਸ ਬੰਦੇ ਦਾ ਬਿਲੀਫ ਸਿਸਟਮ ਬਦਲਦਾ ਹੈ, ਉਹ ਬੰਦੇ ਦੀ ਸੋਚ ਗੁਰੂ ਸਾਹਿਬ ਜੀ ਚੇਂਜ ਕਰ ਦਿੰਦੇ ਨੇ। ਹੁਣ ਉਹ ਪਸ਼ ਪ੍ਰੇਤ ਸੁਰ ਨਰ ਭਏ, ਸੁਰ ਨਰ ਦਾ ਮਤਲਬ ਹੁੰਦਾ ਹੈ ਉਹ ਦੇਵਤਿਆਂ ਵਰਗਾ ਬਣ ਜਾਂਦਾ ਹੈ, ਉਹ ਇਨਸਾਨਾਂ ਵਰਗਾ ਬਣ ਜਾਂਦਾ ਹੈ। ਫਿਰ ਉਹ ਪ੍ਰੇਤ ਨਹੀਂ ਰਹਿੰਦਾ, ਉਹ ਇਨਸਾਨਾਂ ਵਰਗਾ ਬਣ ਜਾਂਦਾ ਹੈ। ਤੇ ਇਸ ਸ਼ਬਦ ਤੋਂ ਅੱਜ ਸਾਨੂੰ ਇਹ ਜਿਹੜਾ ਇਸ ਪਾਵਨ ਸ਼ਲੋਕ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਘਰ ਨੂੰ ਕਿਸ ਰੂਪ ਦੇ ਅੰਦਰ ਘਰ ਬਣਾਉਣਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਨਾ ਘਰ ਘਰ ਅੰਦਰ ਧਰਮਸ਼ਾਲ, ਉਹ ਕਹਿੰਦੇ ਨੇ ਇੱਕ ਮਰਾਤਬਾ ਦਿੱਤਾ ਸਾਨੂੰ। ਦੇਖੋ ਇੱਕ ਤੇ ਇੱਕ ਘਰ ਇਹ ਪੇਸ਼ ਕਰ ਰਹੇ ਨੇ ਜਿਹੜਾ ਕਬੀਰ ਸਾਹਿਬ ਜੀ ਪੇਸ਼ ਕਰਦੇ ਨੇ, ਵੀ ਤੁਸੀਂ ਆਪਣੇ ਘਰ ਨੂੰ ਤੇ ਮੜੀਆਂ ਵਰਗਾ ਵੀ ਬਣਾ ਸਕਦੇ ਹੋ, ਸ਼ਮਸ਼ਾਨਾਂ ਵਰਗਾ ਵੀ ਬਣਾ ਸਕਦੇ ਹੋ, ਕਿ ਜਿੱਥੇ ਡਰ ਹੈ, ਜਿੱਥੇ ਸਹਿਮ ਹੈ, ਕਿਉਂਕਿ ਭੂਤਾਂ ਦਾ ਡਰ ਹੁੰਦਾ ਹੈ ਨਾ, ਭੂਤਾਂ ਦਾ ਸਹਿਮ ਹੁੰਦਾ, ਜਿਹੜਾ ਸਾਡੀ ਸਾਈਕੀ ਦੇ ਵਿੱਚ ਵੜਿਆ ਹੈ ਕਿ ਭੂਤ ਜਿਹੜਾ ਜਿੱਥੇ ਹੋਵੇਗਾ ਉੱਥੇ ਡਰ ਹੋਵੇਗਾ, ਉੱਥੇ ਸਹਿਮ ਹੋਵੇਗਾ। ਇੱਕ ਤੇ ਹੈ ਡਰ, ਸਹਿਮ, ਇੱਕ ਘਰ ਦੇ ਵਿੱਚ ਹਮੇਸ਼ਾ ਡਰ ਹੈ, ਹਮੇਸ਼ਾ ਸਹਿਮ ਹੈ, ਸन्नाटा ਹੈ, ਸੁਨਸਾਨ ਹੈ, ਕੋਈ ਜਿੱਥੇ ਆਵਾਜਾਈ ਨਹੀਂ, ਕੋਈ ਆਂਦਾ ਜਾਂਦਾ ਨਹੀਂ, ਜਿੱਥੇ ਕੇਵਲ ਤੇ ਕੇਵਲ ਨਮੋਸ਼ੀ ਹੈ। ਇੱਕ ਘਰ ਦਾ ਚਿਤਰਣ ਅੱਜ ਦੇ ਸ਼ਲੋਕ ਦੇ ਵਿੱਚ ਸਾਨੂੰ ਮਿਲਦਾ ਹੈ। ਤੇ ਇੱਕ ਘਰ ਸਾਨੂੰ ਮਿਲਦਾ ਹੈ
ਜਿਹੜਾ ਘਰ ਘਰ ਅੰਦਰ ਧਰਮਸ਼ਾਲ, ਜਿਹੜਾ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਕਰਤਾਰਪੁਰ ਸਾਹਿਬ ਦੇ ਵਿੱਚ ਹੋਇਆ ਕਿ ਹਰ ਘਰ ਜਿਹੜਾ ਹੈ ਉਹ ਘਰ ਹੁਣ ਘਰ ਨਹੀਂ ਰਿਹਾ, ਨਾਰਮਲ ਘਰ ਵੀ ਨਹੀਂ ਰਿਹਾ, ਉਹ ਧਰਮਸ਼ਾਲਾ ਬਣ ਗਈ। ਧਰਮਸ਼ਾਲ ਦਾ ਮਤਲਬ ਗੁਰਦੁਆਰਾ, ਧਰਮਸ਼ਾਲ ਦਾ ਮਤਲਬ ਗੁਰਦੁਆਰੇ ਵਰਗੀ ਪਵਿੱਤਰ ਥਾਂ ਬਣ ਗਈ ਉਹ, ਯਾਨੀ ਕਿ ਧਰਮਸ਼ਾਲ ਬਣ ਗਈ ਜਿੱਥੇ ਧਰਮ ਦੀ ਬਾਤ ਹੁੰਦੀ ਹੈ। ਤੇ ਅਸੀਂ ਆਪਣੇ ਘਰ ਨੂੰ ਉਸ ਲੈਵਲ ਤੇ ਵੀ ਲੈ ਕੇ ਜਾ ਸਕਦੇ ਹਾਂ ਜਿੱਥੇ ਕੋਈ ਮੜੀਆਂ ਬਣਾ ਲਓ, ਤੇ ਅਸੀਂ ਆਪਣੇ ਘਰ ਨੂੰ ਧਰਮਸ਼ਾਲਾ ਵੀ ਬਣਾ ਸਕਦੇ ਹਾਂ। ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ, ਸਾਡੀ ਮਾਨਸਿਕਤਾ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਘਰ ਨੂੰ ਕਿਸ ਰੂਪ ਦੇ ਅੰਦਰ ਰੱਖਣਾ ਹੈ, ਕਿਵੇਂ ਰੱਖਣਾ ਹੈ। ਕਹਿੰਦੇ ਨੇ ਵੀ ਘਰ ਜਿਹੜਾ ਹੈ ਨਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਪਹਿਲਾਂ ਆਪਣਾ ਹਿਰਦਾ ਘਰ, ਫਿਰ ਆਪਣਾ ਇਹ ਦੁਨਿਆਵੀ ਘਰ, ਇਹ ਦੋਨਾਂ ਨੂੰ ਜੇ ਸਕੂਨ ਦੇ ਨਾਲ ਰੱਖਣਾ ਹੈ, ਸ਼ਾਂਤ ਰੱਖਣਾ ਹੈ, ਸੁਖੀ ਰੱਖਣਾ ਹੈ, ਤੇ ਇਹਦਾ ਜਿਹੜਾ ਬੇਸ ਬਣਾਉਣਾ ਹੈ ਨਾ, ਉਹ ਗੁਰਬਾਣੀ ਦੇ ਉੱਤੇ ਆਧਾਰਿਤ ਬਣਾਉਣਾ ਪਵੇਗਾ। ਤਾਂ ਸਾਡਾ ਘਰ ਜਿਹੜਾ ਹੈ ਉਹ ਸੁਖੀ ਹੋ ਸਕਦਾ ਹੈ ਔਰ ਸ਼ਾਂਤ ਹੋ ਸਕਦਾ ਹੈ। ਹੁਣ ਭੂਤ ਜਿਹੜਾ ਹੈ, ਇਹਨੂੰ ਥੋੜਾ ਜਿਹਾ ਹੋਰ ਖੁਲਾਸਾ ਕਰਕੇ ਅਸੀਂ ਅੱਗੇ ਵਧਦੇ ਹਾਂ। ਭੂਤ ਜਿਹੜਾ ਹੈ ਨਾ, ਇਹ ਜਿਹੜੀ ਆਮ ਤੌਰ ਤੇ ਤੁਸੀਂ ਸਮਾਜ ਦੇ ਵਿੱਚ ਸੁਣਦੇ ਰਹਿੰਦੇ ਹੋਵੋਗੇ ਕਿ ਕਿਸੇ ਨੂੰ ਓਪਰਾ ਚਿੰਬੜ ਗਿਆ, ਕਿਸੇ ਨੂੰ ਭੂਤ ਚਿੰਬੜ ਗਿਆ। ਅਸਲ ਵਿੱਚ ਮੈਂਟਲ ਪ੍ਰੋਬਲਮਸ ਨੇ, ਇਹ ਮੈਂਟਲ ਹੈਲਥ ਦੇ ਨਾਲ ਜੁੜਿਆ ਹੋਇਆ ਹੈ, ਜਿਹਦਾ ਫਾਇਦਾ ਜਿਹੜੇ ਸੋ ਕਾਲਡ ਬਾਬੇ ਲੋਕ ਨੇ ਜਾਂ ਸੋ ਕਾਲਡ ਜਿਹੜੇ ਧਰਮੀ ਲੋਕ ਸਮਾਜ ਵਿੱਚ ਵਿਚਰਦੇ ਨੇ, ਉਹ ਫਾਇਦਾ ਚੁੱਕ ਜਾਂਦੇ ਨੇ। ਹੁਣ ਕਿਸੇ ਨੂੰ ਮੈਂਟਲ ਪ੍ਰੋਬਲਮ ਹੈ ਹਿਸਟੀਰੀਆ ਦੀ, ਕਿਸੇ ਨੂੰ ਮੈਂਟਲ ਪ੍ਰੋਬਲਮ ਹੈ, ਕਿਸੇ ਸਕਿਜ਼ੋਫਰੇਨਿਕ ਹੋ ਜਾਂਦਾ ਹੈ, ਕੋਈ ਕਿਸੇ ਰੂਪ ਦੇ ਵਿੱਚ ਹੋ ਜਾਂਦਾ ਹੈ। ਇੱਕ ਪਿੱਛੇ ਜੇ ਮੈਨੂੰ ਕਿਸੇ ਇੱਕ ਸੱਜਣ ਨੇ, ਆਪਣਾ ਦੋਸਤ ਮਿੱਤਰ ਸੀਗੇ, ਤੇ ਉਹਨਾਂ ਦੇ ਘਰ ਵਾਲੇ ਨੂੰ ਉਹਨਾਂ ਨੇ ਆਪਣੇ ਘਰ ਦਾ ਚਿੱਤਰਨ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਨਾ, ਉਹ ਕਹਿੰਦੇ ਜਦੋਂ ਮੈਂ ਵਾਸ਼ਰੂਮ ਦੇ ਵਿੱਚ ਜਾਂਦਾ ਤੇ ਮੈਨੂੰ ਆਪਣਾ ਬਚਪਨ ਦਿਸਦਾ ਹੈ, ਯਾਨੀ ਕਿ ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਦਿਸਦਾ ਹੈ। ਤੇ ਉਹ ਛੋਟਾ ਜਿਹਾ ਬੱਚਾ ਜਿਹੜਾ ਹੈ, ਜਦੋਂ ਮੈਂ ਜਾਂਦਾ ਉਹ ਮੈਨੂੰ ਕੁਝ ਕਹਿੰਦਾ ਨਹੀਂ, ਕਹਿੰਦਾ ਇੱਕ ਦਿਨ ਦਿਸਿਆ, ਦੂਜੇ ਦਿਨ ਮੈਂ ਗਿਆ ਤੇ ਦੂਜੇ ਦਿਨ ਫਿਰ ਮੈਨੂੰ ਦਿਸਿਆ। ਤੇ ਜਦੋਂ ਕਹਿੰਦਾ ਮੈਂ ਗੌਰ ਨਾਲ ਉਸ ਬੱਚੇ ਨੂੰ ਵੇਖਿਆ ਤੇ ਉਹ ਬੱਚਾ ਅਸਲ ਵਿੱਚ ਹੋਰ ਕੋਈ ਨਹੀਂ ਸੀ, ਮੇਰਾ ਬਚਪਨ ਸੀਗਾ। ਉਹ ਕਹਿੰਦਾ ਮੈਂ ਖੁਦ ਬੈਠਾ ਸੀ ਉੱਥੇ ਆਪਣੇ ਬਚਪਨ ਦੇ ਰੂਪ ਦੇ ਵਿੱਚ। ਹੁਣ ਜਦੋਂ ਉਹਦੇ ਨਾਲ ਡਿਸਕਸ਼ਨ ਹੋਈ ਤੇ ਇਸ ਗੱਲ ਦਾ ਪਤਾ ਲੱਗਾ ਕਿ ਉਹਦਾ ਬਚਪਨ ਜਿਹੜਾ ਸੀ ਨਾ, ਉਹ ਬਚਪਨ ਬੜਾ ਵਰਸ ਸੀਗਾ, ਔਰ ਬਚਪਨ ਦੇ ਅੰਦਰ ਉਹ ਆਪਣੇ ਬਚਪਨ ਨੂੰ ਚੇਤਾ ਵੀ ਨਹੀਂ ਸੀ ਕਰਨਾ ਚਾਹੁੰਦਾ। ਤੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਨਾ ਉਹ ਇੱਕ ਕਮੀ ਬਹਿ ਗਈ ਸੀ ਕਿ ਮੇਰਾ ਬਚਪਨ ਚੰਗਾ ਨਹੀਂ ਸੀ, ਮੇਰੇ ਨਾਲ ਬਚਪਨ ਦੇ ਵਿੱਚ ਕੋਈ ਘਟਨਾ ਵਾਪਰੀ, ਕੋਈ ਅਣਸੁਖਾਵੀ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਨੇ ਨਾ, ਖਾਸ ਤੌਰ ਤੇ ਬਚਪਨ ਦੇ ਅੰਦਰ। ਇਸ ਕਰਕੇ ਕਹਿੰਦੇ ਨੇ ਕਿ ਜਿਹੜੀ ਪੇਰੈਂਟਿੰਗ ਹੈ ਬੜੀ ਜ਼ਰੂਰੀ ਹੈ, ਕਿ ਬੜੇ ਧਿਆਨ ਨਾਲ ਕਰਨ ਦੀ ਬਾਤ ਹੈ ਕਿ ਬਚਪਨ ਦੇ ਅੰਦਰ ਬੱਚਿਆਂ ਨਾਲ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਤਾਂ ਕਿ ਉਹਨਾਂ ਦੇ ਕੋਮਲ ਮਨਾਂ ਦੇ ਉੱਤੇ ਕੋਈ ਗਹਿਰਾ ਪ੍ਰਭਾਵ ਨਾ ਪਾ ਜਾਵੇ। ਫਿਰ ਜਦੋਂ ਉਹਦੀ ਥੋੜੀ ਜਿਹੀ ਕਾਉਂਸਲਿੰਗ ਕੀਤੀ ਤੇ ਪਤਾ ਲੱਗਾ ਕਿ ਉਹ ਅਸਲ ਦੇ ਵਿੱਚ ਬਚਪਨ ਦੇ ਵਿੱਚ ਗਲਤ ਵਿਵਹਾਰ ਕਰਕੇ ਉਸ ਨੂੰ ਉਹ ਚੀਜ਼ਾਂ ਦਿਸਦੀਆਂ ਸਨ। ਭੂਤ ਨਹੀਂ ਸੀ ਉਹ, ਜਾਂ ਕੋਈ ਓਪਰਾ ਨਹੀਂ ਸੀ, ਉਹ ਸਿਰਫ ਇੱਕ ਮੈਂਟਲ ਸਟ੍ਰੈਸ ਸੀਗਾ ਜਿਹੜਾ ਬਚਪਨ ਤੋਂ ਕਦੇ ਪਿਆ ਸੀ, ਜਿਹੜਾ ਹੁਣ ਤੱਕ ਉਹ ਕੈਰੀ ਕਰਕੇ ਤੁਰ ਰਿਹਾ ਸੀ। ਸਾਡੇ ਨਾਲ ਇਹ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਲੇਕਿਨ ਇਹ ਜਿਹੜੀਆਂ ਸਮੱਸਿਆਵਾਂ ਨੇ ਅਸਲ ਵਿੱਚ ਇਹ ਸਾਡੇ ਮੈਂਟਲ ਸਟ੍ਰੈਸ ਦੇ ਨਾਲ ਜਾਂ ਸਾਡੀ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਨੇ। ਜਿਹੜਾ ਅੱਜ ਦਾ ਸ਼ਬਦ ਸਾਨੂੰ ਸਮਝਾ ਰਹੇ ਨੇ, ਇਹ ਸ਼ਬਦ ਦੇ ਅੰਦਰ ਸਾਨੂੰ ਕਬੀਰ ਜੀ ਸਮਝਾ ਰਹੇ ਨੇ। ਕਬੀਰ ਸਾਹਿਬ ਸਾਨੂੰ ਇੱਕ ਵਰਨੈਕੂਲਰ ਭਾਸ਼ਾ ਦੇ ਵਿੱਚ, ਯਾਨੀ ਕਿ ਸਮਝਾਉਣ ਵਾਸਤੇ ਗੱਲ ਕਹਿ ਰਹੇ ਨੇ ਕਿ ਕਬੀਰ ਜਾਂ ਕਰ ਸਾਧ ਨਾ ਸੇਵੇ ਹੈ, ਹਰ ਕੀ ਸੇਵਾ ਨਾ ਹੈ, ਤੇ ਕਰ ਮਰ ਹਟ ਸਾਰਖੇ, ਪੂਤ ਬਸੈ ਤਿਨ ਮਾਹੇ। ਇਸ ਤੋਂ ਅਗਲੇਰਾ ਜਿਹੜਾ ਸ਼ਬਦ ਹੈ, ਸ਼ਲੋਕ ਹੈ ਕਬੀਰ ਸਾਹਿਬ ਜੀ ਦਾ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵਹੂ ਤੇ ਪਿੰਗੁਲ ਪਿਆ, ਮਾਰਿਆ ਸਤਿਗੁਰ ਬਾਨ। ਕਬੀਰ ਸਤਿਗੁਰ ਸੂਰਬੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਕਬੀਰ ਗੂੰਗਾ ਹੁਆ ਬਾਵਰਾ, ਕਬੀਰ ਸਾਹਿਬ ਕਹਿੰਦੇ ਨੇ ਕਿ ਗੂੰਗਾ ਹੁਆ ਬਾਵਰਾ, ਗੂੰਗਾ ਭਾਵ ਕਿ ਜੋ ਆਪਣੀ ਜੀਭ ਨਾਲ ਝੂਠਾ ਜਾਂ ਮੰਦਾ ਹੁਣ ਨਹੀਂ ਬੋਲਦਾ, ਪਹਿਲਾਂ ਬੋਲਦਾ ਸੀ। ਹੁਣ ਉਹ ਜਿਹੜਾ ਝੂਠ ਬੋਲਦਾ ਸੀ, ਹੁਣ ਮੈਂ ਉਹਨਾਂ ਝੂਠਾਂ ਤੋਂ, ਉਸ ਨਿੰਦਿਆ ਤੋਂ, ਉਸ ਚੁਗਲੀ ਤੋਂ, ਉਸ ਮਾੜੇ ਬੋਲ ਤੋਂ ਹੁਣ ਮੈਂ ਗੂੰਗਾ ਹੋ ਗਿਆ। ਭਾਵ ਹੁਣ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮੰਦਾ ਨਹੀਂ ਬੋਲਦਾ। ਮੈਂ ਆਪਣੀ ਜ਼ੁਬਾਨ ਨੂੰ ਉਸ ਰੂਪ ਦੇ ਵਿੱਚ ਢਾਲ ਲਿਆ ਹੈ ਜਿਵੇਂ ਮੇਰੇ ਗੁਰੂ ਸਾਹਿਬ ਜੀ ਮੈਨੂੰ ਸਮਝਾਉਂਦੇ ਨੇ ਕਿ ਮਿੱਠਾ ਬੋਲਣਾ ਚਾਹੀਦਾ ਹੈ। ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੈਨੂੰ ਮੂੰਹ ਤੋਂ ਕਿਹੜੇ ਸ਼ਬਦ ਬੋਲਣੇ ਚਾਹੀਦੇ ਨੇ ਜਿਹਦੇ ਕਰਕੇ ਉਹ ਮੇਰੇ ਨਾਲ ਪਿਆਰ ਪਾ ਸਕਣ।
ਮੈਂ ਕਿਹੜੇ ਸ਼ਬਦ ਬੋਲਾਂ ਜਿਹਦੇ ਨਾਲ ਜਿਹਦੇ ਕਰਕੇ ਮੇਰੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਜੀ ਪਿਆਰ ਪਾਣ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਸਮੋਖ ਦੁਆਰ। ਹੁਣ ਬੇਸ ਚਾਹੀਦਾ ਨਾ ਕੋਈ ਬੋਲੀ ਵਾਸਤੇ। ਹੁਣ ਉਹ ਬੇਸ ਕਿਹੜਾ ਬਣਦਾ ਹੈ? ਬੇਸ ਬਣਦਾ ਹੈ ਬਾਣੀ। ਜਦੋਂ ਅਸੀਂ ਬਾਣੀ ਦੇ ਨਾਲ ਜੁੜਦੇ ਹਾਂ, ਜਿਹੜੀ ਆਪ ਮਿੱਠੀ ਬਾਣੀ ਹੈ, ਆਪ ਇੱਕ ਠੰਡੀ ਤਾਸੀਰ ਦੇਣ ਵਾਲੀ ਬਾਣੀ ਹੈ, ਇਹ ਉਹ ਬਾਣੀ ਹੈ ਜਿਸ ਬਾਣੀ ਦੇ ਰਾਹੀਂ ਅਸੀਂ, ਜਿਨ੍ਹਾਂ ਬੋਲਾਂ ਦੇ ਰਾਹੀਂ ਕੋਈ ਹਰਟ ਨਹੀਂ ਹੁੰਦਾ, ਕਿਸੇ ਦੀ ਭਾਵਨਾ ਨਹੀਂ ਦੁਖਦੀ, ਕਿਸੇ ਦੇ ਜੀਵਨ ਦੇ ਅੰਦਰ ਕੋਈ ਸਮੱਸਿਆ ਨਹੀਂ ਹੁੰਦੀ। ਜਾਂ ਇਹ ਉਹ ਬਾਣੀ ਹੈ ਕਿ ਇਹ ਉਹ ਬੋਲ ਨੇ ਜਿਹੜੇ ਕਿਸੇ ਨੂੰ ਰੂਹਾਨੀ, ਜਿਸਮਾਨੀ, ਆਤਮਕ ਤੌਰ ਤੇ ਸਕੂਨ ਦਿੰਦੇ ਨੇ। ਇਹ ਉਹ ਬੋਲ ਨੇ ਗੁਰਬਾਣੀ ਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਅਡਾਪਟ ਕਰਨਾ ਹੈ, ਜਿਨ੍ਹਾਂ ਨੂੰ ਅਸੀਂ ਅਪਣਾਉਣਾ ਹੈ, ਜਿਹੜੇ ਕਿ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਉਸ ਜ਼ੁਬਾਨ ਦੇ ਰਾਹੀਂ ਅਸੀਂ ਕੀ ਬੋਲਣਾ ਹੈ, ਉਹ ਸਾਨੂੰ ਵਾਰ-ਵਾਰ ਤਾਕੀਦ ਕੀਤੀ ਗਈ ਹੈ। ਆਪਨੇ ਬਹੁਤ ਸਾਰੇ ਜਿਹੜੇ ਆਪ ਬੜੇ ਦਾਨੇਸ਼ਵਰ ਸੱਜਣ ਹੋ, ਅੱਜ ਕੱਲ ਨਾ NLP ਪ੍ਰੋਗਰਾਮਸ ਚੱਲ ਰਹੇ ਨੇ ਕਿ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਸ ਨੇ, ਕਿ ਜਿਹਦੇ ਵਿੱਚ ਇਹ ਸਮਝਾਇਆ ਜਾਂਦਾ ਹੈ ਕਿ ਅਸੀਂ ਬੋਲਣਾ ਕੀ ਹੈ, ਅਸੀਂ ਸੁਣਨਾ ਕੀ ਹੈ, ਕਿਸ ਢੰਗ ਦੀ ਸਾਡੀ ਟਾਕ ਹੋਣੀ ਚਾਹੀਦੀ ਹੈ, ਕਿਸ ਢੰਗ ਦੀ ਸਾਡੀ ਟੇਬਲ ਟਾਕ ਹੋਣੀ ਚਾਹੀਦੀ ਹੈ, ਔਰ ਕਿਸ ਢੰਗ ਦੇ ਨਾਲ ਅਸੀਂ ਸਮਾਜ ਦੇ ਵਿੱਚ ਬੋਲਣਾ ਹੈ, ਕਿਵੇਂ ਅਸੀਂ ਸਮਾਜ ਦੇ ਅੰਦਰ ਗੱਲਬਾਤ ਕਰਨੀ ਹੈ, ਟੇਬਲ ਟਾਕ ਕਰਨੀ ਹੈ। ਵੈਸੇ ਬਾਤ ਵੀ ਸਹੀ ਹੈ ਕਿ ਤਰਾਸਦੀ ਹੁੰਦੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਚਲੋ ਹੋਰਾਂ ਦੀ ਬਾਤ ਤੇ ਦੂਜੀ, ਪਰ ਜਦੋਂ ਅਸੀਂ ਆਪਣੇ ਅਦਾਰਿਆਂ ਦੇ ਵਿੱਚ ਦੇਖਦੇ ਹਾਂ ਕਿ ਸਾਡਾ ਜਿਹੜਾ ਟਾਕ ਕਰਨ ਦਾ, ਸਾਡਾ ਜਿਹੜਾ ਟੇਬਲ ਟਾਕ ਕਰਨ ਦਾ ਵੇ ਹੈ, ਉਹ ਕੈਸਾ ਹੈ, ਸਾਨੂੰ ਨਿਰਾਸ਼ਾ ਹੁੰਦੀ ਹੈ ਬਹੁਤ ਵੱਡੀ। ਕਾਰਨ ਹੈ ਕਿ ਆਪਣੇ ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਜਾਂ ਜਿਹੜੇ ਵਰਲਡ ਲੈਵਲ ਤੇ ਤੁਸੀਂ ਦੇਖਦੇ ਹੋ ਕਿ ਰੋਜ਼ਾਨਾ ਕੋਈ ਨਾ ਕੋਈ ਘਟਨਾਕ੍ਰਮ ਐਸੇ ਹੁੰਦੇ ਰਹਿੰਦੇ ਨੇ ਕਿ ਜਿੱਥੇ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ, ਉਹ ਗੱਲ ਬਹਿਸ ਤੇ ਚਲੀ ਜਾਂਦੀ ਹੈ, ਔਰ ਉਹ ਜਿਹੜਾ ਕਨਫਲਿਕਟ ਹੁੰਦਾ ਹੈ ਜਾਂ ਸਮੱਸਿਆ ਹੁੰਦੀ ਹੈ ਜਿਸ ਨੂੰ ਖਤਮ ਕਰਨਾ ਸੀ, ਹੁਣ ਉਹ ਸਮੱਸਿਆ ਖਤਮ ਨਹੀਂ ਹੁੰਦੀ, ਉਹ ਸਮੱਸਿਆ ਹੋਰ ਵੱਧ ਜਾਂਦੀ ਆ ਅੱਗੇ ਤੋਂ ਜ਼ਿਆਦਾ। ਇਸ ਕਰਕੇ ਇੱਕ ਦਾਣਾ ਸੱਜਣ ਕਹਿੰਦਾ, ਇੱਕ ਉਸਨੇ ਕਿਹਾ ਕਿ ਇੱਕ ਵਿਦਵਾਨ ਨੇ, ਇੱਕ ਆਲਮ ਨੇ, ਉਹ ਕਹਿੰਦਾ ਨੋ ਪੀਸ ਵਿਦਾਊਟ ਰਿਲੀਜਨ ਪੀਸ, ਨੋ ਰਿਲੀਜਨ ਪੀਸ ਵਿਦਾਊਟ ਇੰਟਰਫੇਥ ਡਾਇਲੌਗ। ਕਹਿੰਦੇ ਜੇ ਜਗਤ ਦੇ ਅੰਦਰ ਪੀਸ ਚਾਹੁੰਦੇ ਹੋ ਨਾ, ਸ਼ਾਂਤੀ ਚਾਹੁੰਦੇ ਹੋ, ਤੇ ਉਹ ਜਿਹੜੀ ਸ਼ਾਂਤੀ ਹੈ, ਉਹ ਜਿਹੜਾ ਪੀਸ ਹੈ, ਉਹ ਜਿਹੜਾ ਸਕੂਨ ਹੈ, ਉਹ ਡਾਇਲੌਗ ਦੇ ਨਾਲ ਆ ਸਕਦਾ। ਇੰਟਰਫੇਥ ਡਾਇਲੌਗ ਕਰੋ, ਡਾਇਲੌਗ ਕਰਨ ਦਾ ਢੰਗ ਸਿੱਖੋ, ਉਹਦੇ ਨਾਲ ਆ ਸਕਦਾ ਹੈ। ਤੇ ਕਹਿੰਦੇ ਨੋ ਰਿਲੀਜਨ ਪੀਸ ਵਿਦਾਊਟ ਇੰਟਰਫੇਥ ਡਾਇਲੌਗ। ਤੇ ਪੂਰੇ ਵਰਲਡ ਦੇ ਅੰਦਰ ਜੇ ਅਸੀਂ ਪੀਸ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਤੁਹਾਨੂੰ ਇੰਟਰਫੇਥ ਡਾਇਲੌਗ ਕਰਨਾ ਪਵੇਗਾ, ਅੰਤਰ ਧਰਮ ਸੰਵਾਦ ਕਰਨਾ ਪਵੇਗਾ। ਗੁਰੂ ਸਾਹਿਬ ਨੇ ਕੀਤੇ ਨੇ। ਗੁਰੂ ਨਾਨਕ ਸਾਹਿਬ ਜੀ ਗੋਸ਼ਟੀਆਂ ਕਰਦੇ ਨੇ। ਆਪ ਜੀ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਹੋ। ਗੋਸ਼ਟ ਦਾ ਮਤਲਬ ਹੀ ਹੁੰਦਾ ਹੈ ਚਰਚਾ ਕਰਨੀ, ਕਿ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੌਕਾ ਮਿਲਿਆ ਨਾ, ਉਹ ਮੌਨ ਧਾਰਨ ਨਹੀਂ ਉਹਨਾਂ ਨੇ ਕੀਤਾ। ਦੇਖੋ ਇਸ ਪਾਵਨ ਸ਼ਲੋਕ ਦੇ ਵਿੱਚ ਇਹ ਨਾ ਸਮਝ ਜਾਣਾ ਕਿ ਅਸੀਂ ਗੂੰਗੇ ਹੀ ਹੋ ਜਾਈਏ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਕਈ ਵਾਰੀ ਅਸੀਂ ਸੋਚ ਲੈਂਦੇ ਨਹੀਂ ਸਾਨੂੰ ਕੀ ਲੋੜ ਹੈ ਬੋਲਣ ਦੀ, ਅਸੀਂ ਨਹੀਂ ਬੋਲਾਂਗੇ। ਇਹ ਉਸ ਲੈਵਲ ਦੀ ਬਾਤ ਨਹੀਂ ਕਿ ਅਸੀਂ ਨਹੀਂ ਬੋਲਣਾ। ਹੁਣ ਗੁਰੂ ਨਾਨਕ ਸਾਹਿਬ ਜੀ ਜਿੱਥੇ ਬੋਲਣ ਦੀ ਲੋੜ ਸੀ ਉੱਥੇ ਆਪਣਾ ਪ੍ਰਤੀਕਰਮ ਦਿੰਦੇ ਨੇ, ਔਰ ਬੜਾ ਡਾਢਾ ਪ੍ਰਤੀਕਰਮ ਦਿੰਦੇ ਨੇ। ਹੁਣ ਸੀ ਨਾ ਬਾਬਰ ਆਇਆ ਤੇ ਸਾਰੇ ਲੋਕ ਜਿਹੜੇ ਨੇ ਇੰਟੈਲੈਕਚੁਅਲ ਵਿਦਵਾਨ ਜਿਹੜੇ ਇੰਡੀਆ ਦੇ ਸੀਗੇ ਚੁੱਪ ਹੋ ਗਏ। ਤੁਹਾਨੂੰ ਕਿਸੇ ਦੀ ਲਿਖਤ ਨਹੀਂ ਮਿਲੇਗੀ, ਕੋਈ ਬੋਲਿਆ ਵੀ ਨਹੀਂ। ਪਰ ਗੁਰੂ ਸਾਹਿਬ ਬੋਲੇ ਨਾ। ਉਹ ਕਹਿੰਦੇ ਨੇ ਵੀ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨਵੇ ਲਾਲੋ। ਉਹ ਕਹਿੰਦੇ ਵੀ ਮੈਂ ਚੁੱਪ ਨਹੀਂ ਰਵਾਂਗਾ, ਮੈਂ ਬੋਲਾਂਗਾ, ਮੈਂ ਪ੍ਰਤੀਕਰਮ ਦਵਾਂਗਾ ਕਿ ਕੀ ਬੋਲਣਾ ਹੈ, ਕਦੋਂ ਬੋਲਣਾ ਹੈ, ਔਰ ਕਿਸ ਲੈਵਲ ਤੇ ਬੋਲਣਾ ਹੈ। ਮੈਂ ਆਪਣਾ ਪ੍ਰਤੀਕਰਮ ਦਵਾਂਗਾ। ਉਹਨਾਂ ਨੇ ਪ੍ਰਤੀਕਰਮ ਦਿੱਤਾ। ਹੁਣ ਇੱਥੇ ਜਿਹੜੀ ਬਾਤ ਹੋ ਰਹੀ ਹੈ ਉਹ ਇਹ ਗੱਲ ਹੋ ਰਹੀ ਹੈ ਕਿ ਅਸੀਂ ਚੁੱਪ ਰਹਿਣਾ ਹੈ। ਕਦੋਂ ਚੁੱਪ ਰਹਿਣਾ ਹੈ? ਕਿ ਜਦੋਂ ਮੇਰੇ ਬੋਲਾਂ ਦੇ ਰਾਹੀਂ, ਮੇਰੀ ਉਸ ਜ਼ੁਬਾਨ ਦੇ ਰਾਹੀਂ ਮੈਂ ਕਦੇ ਝੂਠ ਬੋਲਾਂ, ਜਦੋਂ ਮੇਰੀ ਜ਼ੁਬਾਨ ਕਿਸੇ ਨੂੰ ਕੋੜਾ ਬੋਲਣ ਦਾ ਯਤਨ ਕਰੇ, ਜਦੋਂ ਮੇਰੀ ਜ਼ੁਬਾਨ ਗੁੱਸੇ ਦੇ ਅੰਦਰ ਆ ਕੇ ਕਿਸੇ ਦਾ ਕਰੈਕਟਰ ਐਸੈਸੀਨੇਸ਼ਨ ਕਰੇ, ਜਦੋਂ ਮੇਰੀ ਜ਼ੁਬਾਨ ਦੇ ਰਾਹੀਂ ਮੈਂ ਆਪਣੇ ਸਗੇ ਸੰਬੰਧੀਆਂ ਨੂੰ ਹਰਟ ਕਰਾਂ, ਤੇ ਐਸੇ ਸਮੇਂ ਦੇ ਅੰਦਰ ਮੈਂ ਬੋਲਾਂਗਾ ਨਹੀਂ, ਮੈਂ ਚੁੱਪ ਹੋ ਜਾਵਾਂਗਾ, ਮੈਂ ਚੁੱਪ ਹੋਵਾਂਗਾ, ਉਦੋਂ ਮੈਂ ਗੂੰਗਾ ਹੋਵਾਂਗਾ। ਹੁਣ ਮੇਰੀ ਜ਼ੁਬਾਨ ਜਿਹੜੀ ਹੈ, ਮੈਂ ਆਪਣੀ ਜ਼ੁਬਾਨ ਦੇ ਨਾਲ ਨਾ ਝੂਠ ਬੋਲਦਾ ਔਰ ਨਾ ਮੰਦਾ ਬੋਲਦਾ। ਇਹ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਹੁਣ ਮੇਰੀ ਜ਼ੁਬਾਨ ਕਿਸੇ ਨੂੰ ਗਲਤ ਨਹੀਂ ਬੋਲਦੀ,
ਹੁਣ ਮੇਰੀ ਜ਼ੁਬਾਨ ਝੂਠ ਨਹੀਂ ਬੋਲਦੀ, ਹੁਣ ਮੇਰੀ ਜ਼ੁਬਾਨ ਤੋਂ ਕੋਈ ਹਰਟ ਨਹੀਂ ਹੁੰਦਾ। ਆਮ ਤੌਰ ਤੇ ਘਰਾਂ ਦੇ ਅੰਦਰ ਸਮੱਸਿਆ ਹੀ ਇਹ ਹੈ ਕਿ ਅਸੀਂ ਆਪਣੇ ਘਰ ਦੇ ਅੰਦਰ ਜਿਹੜੀ ਸਾਡੀ ਆਪਸੀ ਰਿਸ਼ਤੇਦਾਰੀ ਦੇ ਵਿੱਚ ਪਤੀ ਪਤਨੀ ਦੀ ਟਾਕ ਜਾਂ ਸਾਡੇ ਬੱਚਿਆਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਦਾ ਪੱਧਰ ਹੈ, ਉਹ ਲੈਵਲ ਨਹੀਂ ਰਹਿ ਪਾਉਂਦਾ ਜਿਹੜਾ ਲੈਵਲ ਸਾਨੂੰ ਗੁਰੂ ਸਾਹਿਬ ਜੀ ਨੇ ਸਿਖਾਇਆ ਸੀਗਾ। ਉਸ ਲੈਵਲ ਤੇ ਜਾ ਕੇ ਅਸੀਂ ਗੱਲਬਾਤ ਨਹੀਂ ਕਰ ਪਾਉਂਦੇ। ਇਹੀ ਕਾਰਨ ਹੈ ਕਿ ਬੱਚੇ ਜਿਹੜੇ ਨੇ ਸਾਡੇ ਤੋਂ ਦੂਰ ਹੋ ਜਾਂਦੇ ਨੇ, ਕਿਉਂਕਿ ਅਸੀਂ ਉਹਨਾਂ ਦੇ ਲੈਵਲ ਤੇ ਜਾ ਕੇ ਗੱਲ ਨਹੀਂ ਕਰਦੇ। ਤੇ ਜਦੋਂ ਉਹਨਾਂ ਦੇ ਲੈਵਲ ਤੇ ਜਾ ਕੇ ਗੱਲ ਨਹੀਂ ਕਰਾਂਗੇ ਔਰ ਉਹਨਾਂ ਦੀ ਸੁਣਾਂਗੇ ਨਹੀਂ, ਕਿਉਂਕਿ ਸਮੱਸਿਆ ਹੈ ਨਾ ਕਿ ਅਸੀਂ ਸਾਰੇ ਬੋਲਣਾ ਚਾਹੁੰਦੇ ਹਾਂ ਪਰ ਅਸੀਂ ਸੁਣਨਾ ਨਹੀਂ ਚਾਹੁੰਦੇ। ਸਮੱਸਿਆ ਇਹ ਹੈ। ਹੁਣ ਗੁਰੂ ਸਾਹਿਬ ਜੀ ਇਹ ਕਹਿ ਰਹੇ ਨੇ, ਕਬੀਰ ਸਾਹਿਬ ਜੀ ਇਹ ਕਹਿ ਰਹੇ ਨੇ, ਕਹਿੰਦੇ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕੁਛ ਸੁਣੀਐ ਕੁਛ ਕਹੀਐ। ਪਹਿਲਾਂ ਸੁਣੋ, ਉਸ ਤੋਂ ਬਾਅਦ ਉਹਦਾ ਮੁਤਾਲਿਆ ਕਰੋ, ਫਿਰ ਬੋਲੋ। ਸਾਡੇ ਵਿੱਚੋਂ ਬਹੁਤਾਇਤ ਰੂਪ ਦੇ ਵਿੱਚ ਇਹ ਸਮੱਸਿਆ ਹੋਵੇਗੀ ਨਾ, ਕਈ ਵਾਰੀ ਅਸੀਂ ਕਹਿੰਦੇ ਆ ਵੀ ਬੋਲ ਜਾਂਦੇ ਹਾਂ ਅਸੀਂ ਤੇ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ। ਕਈ ਸਾਰੇ ਸੱਜਣ ਮਿਲਦੇ ਨੇ, ਉਹ ਕਹਿੰਦੇ ਨੇ ਵੀ ਗਿਆਨੀ ਜੀ ਬੋਲ ਤੇ ਗਏ ਪਰ ਦਿਲ ਬੜਾ ਬਾਅਦ ਦੇ ਵਿੱਚ ਦੁਖਿਆ ਵੀ ਨਹੀਂ ਸੀ ਬੋਲਣਾ ਚਾਹੀਦਾ। ਘਰ ਦੇ ਅੰਦਰ ਵੀ ਇਹ ਸਮੱਸਿਆ ਵੀ ਇੱਕ ਵਾਰੀ ਕਿਸੇ ਨੂੰ ਆਖ ਤੇ ਦਿੱਤਾ ਪਰ ਬਾਅਦ ਦੇ ਵਿੱਚ ਸਾਨੂੰ ਗਿਲਟ ਫੀਲ ਹੁੰਦਾ ਹੈ। ਬਾਅਦ ਦੇ ਵਿੱਚ ਸਾਨੂੰ ਗਿਲਟ ਹੁੰਦਾ ਹੈ ਕਿ ਅਸੀਂ ਕਿਉਂ ਬੋਲ ਦਿੱਤਾ, ਨਹੀਂ ਬੋਲਣਾ ਚਾਹੀਦਾ ਸੀ, ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਇਹਦੇ ਵਾਸਤੇ ਇੱਕ ਟੈਕਨੀਕ ਹੈ, ਜਦੋਂ ਸਾਡਾ ਕੋਈ ਐਸਾ ਮਾਹੌਲ ਕ੍ਰੀਏਟ ਹੁੰਦਾ ਹੈ ਨਾ, 3 ਜਾਂ 4 ਸੈਕਿੰਡ ਦਾ ਪੌਜ਼ ਦਵੋ, ਆਪਣੇ ਆਪ ਨੂੰ ਪੌਜ਼ ਦਵੋ, ਪੌਜ਼ ਦੇਣਾ ਸਿੱਖੋ। ਇਹਦੀ ਪ੍ਰੈਕਟਿਸ ਕਰਨ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਆ ਜਾਵੇਗੀ ਕਿ ਕਿਵੇਂ ਗੂੰਗਾ ਵੀ ਰਿਹਾ ਜਾ ਸਕਦਾ ਹੈ। ਜਦੋਂ ਐਸਾ ਸਮਾਂ ਹੁੰਦਾ ਹੈ ਕਿ ਜਿੱਥੇ ਕਿ ਤੁਹਾਨੂੰ ਦਿਸ ਰਹੀ ਹੈ ਕਿ ਕੰਡੀਸ਼ਨ ਸਾਡੇ ਹੱਥੋਂ ਜਾ ਰਹੀ ਹੈ, ਜਿਹੜੀ ਪ੍ਰੋਬਲਮ ਵੱਧ ਰਹੀ ਹੈ, ਸਾਡੇ ਗੱਲਬਾਤ ਦੇ ਵਿੱਚੋਂ ਸਾਡੀ ਟੋਨ ਉੱਚੀ ਹੋ ਰਹੀ ਹੈ, ਉਦੋਂ ਪੌਜ਼ ਦਵੋ, 3 ਜਾਂ 4 ਮਿੰਟ ਦਾ ਪੌਜ਼ ਦਵੋ। ਪੌਜ਼ ਦੇਣ ਤੋਂ ਬਾਅਦ ਲੰਮੇ ਸਾਹ ਲਵੋ, 3 ਲੰਮੇ ਸਾਹ ਲਵੋ ਤੇ ਉਹ ਡੀਪ ਜਦੋਂ ਅਸੀਂ ਬਰੀਥ ਕਰਾਂਗੇ, ਥੋੜੇ ਲੰਮੇ ਸਾਹ ਲਵਾਂਗੇ, ਉਸ ਤੋਂ ਬਾਅਦ ਸੋਚੋ ਕਿ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਜਾਂ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਜਾਂ ਮੈਨੂੰ ਮੌਨ ਰਹਿਣਾ ਚਾਹੀਦਾ ਹੈ, ਚੁੱਪ ਰਹਿਣਾ ਚਾਹੀਦਾ ਹੈ, ਮੈਂ ਗੂੰਗਾ ਹੋ ਜਾਵਾਂ। ਉਸ ਸਮੇਂ ਸਾਨੂੰ ਪਤਾ ਲੱਗੇਗਾ ਕਿ ਜੇ ਮੈਂ ਹੁਣ ਤੋਂ 3 ਜਾਂ 4 ਸੈਕਿੰਡ ਪਹਿਲਾਂ ਜੇ ਮੈਂ ਗੱਲ ਆਖ ਦਿੰਦਾ, ਉਹ ਗੱਲ ਠੀਕ ਨਹੀਂ ਸੀ ਹੋਣੀ। ਉਸ ਗੱਲ ਕਰਕੇ ਸਾਡੇ ਰਿਸ਼ਤੇ ਖਤਮ ਹੋ ਜਾਣੇ ਸੀ। ਬਹੁਤ ਸਾਰੇ ਭੈਣ ਭਰਾਵਾਂ ਦੇ ਰਿਸ਼ਤੇ, ਸਕੇ ਭਰਾਵਾਂ ਦੇ, ਸਕੇ ਭੈਣਾਂ ਦੇ, ਪਤੀ ਪਤਨੀ ਦੇ, ਬੱਚਿਆਂ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਸਾਡੇ ਬਹੁਤ ਸਾਰੇ ਰਿਸ਼ਤੇ ਟੁੱਟਣ ਦਾ ਕਾਰਨ ਇਹ ਹੁੰਦਾ ਹੈ ਕਿ ਉਹਨੇ ਮੈਨੂੰ ਇਹ ਗੱਲ ਆਖ ਦਿੱਤੀ। ਉਹ ਜਿਹੜਾ ਇੱਕ ਸ਼ਬਦ ਮਾੜਾ ਹੁੰਦਾ ਹੈ ਨਾ, ਉਹ ਤਾਂ ਉਮਰ ਤੱਕ ਯਾਦ ਰਹਿੰਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੇਰੇ ਉੱਤੇ ਹੁਣ ਗੁਰੂ ਦੀ ਮਿਹਰਾਮਤ ਹੋ ਗਈ ਹੈ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ। ਕੰਨਾਂ ਤੋਂ ਮੈਂ ਬਹਿਰਾ ਹੋ ਗਿਆ। ਇਹਦਾ ਮਤਲਬ ਕੀ ਹੈ ਕਿ ਕੰਨਾਂ ਤੋਂ ਬਹਿਰਾ ਕਿਵੇਂ ਹੋਇਆ? ਪਹਿਲਾਂ ਕੋਈ ਮੇਰੀ ਉਸਤਤ ਕਰਦਾ ਸੀ, ਕੋਈ ਮੇਰੀ ਵਡਿਆਈ ਕਰਦਾ ਸੀ, ਬਈ ਗਿਆਨੀ ਜੀ ਕਿਆ ਬਾਤ ਹੈ, ਵੀ ਤੁਸੀਂ ਤੇ ਬੜੇ ਵਧੀਆ ਵਿਚਾਰ ਦਿੱਤੇ ਨੇ। ਉਸਤਤ ਹੋਈ ਤੇ ਅੰਦਰ ਹੰਕਾਰ ਪੈਦਾ ਹੋ ਗਿਆ। ਕਿਸੇ ਨੇ ਕ੍ਰਿਟਿਸਾਈਜ਼ ਕਰ ਦਿੱਤਾ ਕਿ ਨਹੀਂ ਅੱਜ ਇਹ ਜਿਹੜੀ ਗੱਲ ਹੈ ਨੁਕਤਾਚੀਨੀ ਕਰ ਦਿੱਤੀ। ਉਹਦੇ ਨਾਲ ਕੀ ਹੋਇਆ? ਉਦੋਂ ਮਨ ਦੇ ਅੰਦਰ ਹੀਨ ਭਾਵਨਾ ਆ ਗਈ ਜਾਂ ਗੁੱਸਾ ਆ ਗਿਆ। ਹੁਣ ਹੁੰਦਾ ਕੀ ਹੈ ਆਮ ਤੌਰ ਤੇ ਕਿ ਜਦੋਂ ਕੋਈ ਸਾਡੀ ਉਸਤਤ ਕਰਦਾ ਹੈ, ਸਾਡੀ ਵਡਿਆਈ ਕਰਦਾ ਹੈ, ਸਾਡੇ ਕੰਨਾਂ ਤੋਂ ਸਾਡੇ ਅੰਦਰ ਉਬਾਤ ਜਾਂਦੀ ਹੈ, ਸਾਡੇ ਅੰਦਰ ਉਹ ਚੀਜ਼ ਸਾਨੂੰ ਚੰਗੀ ਲੱਗਦੀ ਹੈ ਔਰ ਉਹ ਚੀਜ਼ ਕਈ ਵਾਰੀ ਹੰਕਾਰ ਵੀ ਲੈ ਆਉਂਦੀ ਹੈ। ਤੇ ਜਦੋਂ ਕੋਈ ਨਿੰਦਿਆ ਕਰਦਾ, ਉਹੀ ਸ਼ਖਸ ਜਿਹੜਾ ਕਦੇ ਉਸਤਤ ਕਰ ਰਿਹਾ ਸੀ, ਉਸੇ ਹੀ ਸ਼ਖਸ ਨੇ ਕਦੇ ਸਾਡੀ ਮਾੜੀ ਜੀ ਸਾਡੀ ਕੋਈ ਕਮੀ ਗਿਣਵਾ ਦਿੱਤੀ। ਉਹ ਸ਼ਖਸ ਜਿਹੜਾ ਸਾਨੂੰ ਪਹਿਲਾਂ ਚੰਗਾ ਲੱਗ ਰਿਹਾ ਸੀ, ਹੁਣ ਉਹ ਮਾੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਗੁਰੂ ਸ਼ਬਦ ਦਾ ਅਧਿਐਨ ਕਰਦੇ ਹਾਂ, ਤੇ ਕੰਨਾਂ ਤੋਂ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾ। ਹੁਣ ਉਹ ਉਸਤਤ ਤੇ ਨਿੰਦਿਆ ਨੂੰ ਬਿਲਕੁਲ ਸਮ ਕਰਕੇ ਜਾਣਦਾ ਹੈ। ਨਾ ਉਸਤਤ ਹੀ ਉਹਦੇ ਉੱਤੇ ਅਸਰ ਪਾਉਂਦੀ ਤੇ ਨਿੰਦਿਆ ਹੀ ਉਹਦੇ ਉੱਤੇ ਅਸਰ ਪਾਉਂਦੀ। ਯਾਨੀ ਕਿ ਉਹਦਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਹੁੰਦਾ ਹੈ। ਕਈ ਵਾਰੀ ਹੁੰਦਾ ਹੈ ਕਿ ਸਾਡਾ ਰਿਮੋਟ ਕਿਸੇ ਦੂਜੇ ਦੇ ਹੱਥ ਵਿੱਚ ਹੈ। ਕਿਸੇ ਨੇ ਮਾੜਾ ਜਿਹਾ ਕੁਝ ਕਿਹਾ ਸਾਨੂੰ ਚੰਗਾ, ਤੇ ਤਾਂ ਵੀ ਅਸੀਂ ਆਪਣੇ ਆਪੇ ਦੇ ਵਿੱਚ ਨਹੀਂ ਰਹਿੰਦੇ। ਕਿਸੇ ਨੇ ਮਾੜਾ ਕਿਹਾ ਤਾਂ ਵੀ ਅਸੀਂ ਆਪਣੇ ਆਪੇ ਵਿੱਚ ਨਹੀਂ ਰਹਿ ਪਾਉਂਦੇ। ਇਹਦਾ ਮਤਲਬ ਸਾਡਾ ਰਿਮੋਟ, ਸਾਡੀ ਖੁਸ਼ੀ ਕਿਸੇ ਹੋਰ ਦੇ ਹੱਥ ਵਿੱਚ ਹੈ ਕਿ ਕਿਸੇ ਹੋਰ ਨੇ ਚਾਹਿਆ ਤੇ ਸਾਨੂੰ ਖੁਸ਼ ਕਰ ਦਿੱਤਾ ਤੇ ਕਿਸੇ ਹੋਰ ਨੇ ਚਾਹਿਆ ਤੇ ਸਾਨੂੰ ਨਿਰਾਸ਼ ਕਰ ਦਿੱਤਾ। ਨਹੀਂ, ਆਪਣਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਹੋਣਾ ਚਾਹੀਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਬਹਿਰਾ ਹੁਆ ਕਾਨ। ਹੁਣ ਕੋਈ ਮੇਰੀ ਉਸਤਤ ਕਰੇ, ਕੋਈ ਮੇਰੀ ਨਿੰਦਿਆ ਕਰੇ, ਮੈਨੂੰ ਕੋਈ ਫਰਕ ਨਹੀਂ ਪੈਂਦਾ।
ਕਿਉਂਕਿ ਮੈਨੂੰ ਪਤਾ ਹੈ ਆਪਣੇ ਆਪੇ ਦਾ ਕਿ ਮੈਂ ਕਿੱਥੇ ਖੜਾ ਹਾਂ। ਮੈਨੂੰ ਪਤਾ ਹੈ ਆਪਣੇ ਆਪੇ ਦਾ ਕਿ ਮੈਂ ਕਿੰਨਾ ਭਲਾ ਇਨਸਾਨ ਹਾਂ। ਮੈਨੂੰ ਆਪਣੇ ਆਪੇ ਦਾ ਪਤਾ ਹੈ ਕਿ ਮੈਂ ਕਿੰਨਾ ਮੇਰੇ ਜੀਵਨ ਦੇ ਅੰਦਰ ਗਿਰਾਵਟ ਹੈ, ਇਹ ਮੈਨੂੰ ਪਤਾ ਹੈ। ਇਸ ਕਰਕੇ ਮੇਰਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ ਹੈ। ਹੁਣ ਮੈਂ ਆਪਣੇ ਕੰਨਾਂ ਦੇ ਰਾਹੀਂ ਬਹਿਰਾ ਹੁਆ ਕਾਨ, ਕਿਸੇ ਦੀ ਫੂਕੀ ਉਸਤਤ ਔਰ ਨਿੰਦਿਆ ਮੈਨੂੰ ਫਰਕ ਨਹੀਂ ਪਾਉਂਦੀ। ਕਹਿੰਦੇ ਕਿ ਪਾਵੋਂ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਣ। ਸਤਿਗੁਰ ਦੇ ਸ਼ਬਦ ਦੇ ਬਾਣ, ਯਾਨੀ ਕਿ ਸਤਿਗੁਰ ਜੀ ਦੀ ਫਿਲਾਸਫੀ, ਸਤਿਗੁਰ ਜੀ ਦਾ ਸ਼ਬਦ, ਸਤਿਗੁਰ ਜੀ ਦਾ ਇਹ ਪਾਵਨ ਸਿਧਾਂਤ। ਕਹਿੰਦੇ ਨੇ ਸਤਿਗੁਰ ਜੀ ਦਾ ਇਹ ਪਾਵਨ ਸਿਧਾਂਤ ਇੱਕ ਐਸਾ ਬਾਣ ਮੇਰੇ ਮੱਥੇ ਦੇ ਅੰਦਰ, ਮੇਰੇ ਮਸਤਿਸ਼ਕ ਦੇ ਅੰਦਰ, ਮੇਰੇ ਦਿਮਾਗ ਵਿੱਚ, ਮੇਰੇ ਮਨ ਵਿੱਚ ਵੱਜਾ। ਕਹਿੰਦੇ ਜਿਹਦੇ ਕਰਕੇ ਮੇਰੇ ਜੀਵਨ ਵਿੱਚ ਇਹ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਹੁਣ ਪਾਵੋਂ ਤੇ ਪਿੰਗੁਲ ਭਇਆ, ਕਿ ਹੁਣ ਮੇਰਾ ਪੈਰ ਜਿਹੜਾ ਹੈ ਨਾ, ਇਹ ਹੁਣ ਉਸ ਰੂਪ ਦੇ ਅੰਦਰ ਜਿਹੜਾ ਕਦੇ ਕਿਸੇ ਗਲਤ ਥਾਵਾਂ ਤੇ ਤੁਰ ਕੇ ਜਾਂਦਾ ਸੀ, ਹੁਣ ਇਹ ਉਸ ਰੂਪ ਦੇ ਵਿੱਚ ਨਹੀਂ ਜਾਂਦਾ, ਪਿੰਗਲਾ ਹੋ ਗਿਆ। ਹੁਣ ਇਹ ਪੈਰ ਕਦੇ ਪੱਬ ਦੇ ਵਿੱਚ ਜਾਂਦੇ ਸੀ, ਕਦੇ ਕਲੱਬ ਵਿੱਚ ਜਾਂਦੇ ਸੀ ਜਿੱਥੇ ਨਸ਼ੇ ਹੁੰਦੇ ਸੀ, ਕਦੇ ਉਹਨਾਂ ਮਹਿਫਲਾਂ ਵਿੱਚ ਜਾਂਦੇ ਸੀ ਜਿੱਥੇ ਕਿ ਹਮੇਸ਼ਾ ਜਿਹੜੇ ਨੇ ਨਸ਼ਿਆਂ ਦੇ ਨਾਲ ਲੋਕ ਜਿਹੜੇ ਨੇ ਉਹ ਸੁਸਾਇਟੀ ਦੇ ਵਿੱਚ ਰਹਿ ਰਹੇ ਨੇ, ਮਦਮਸਤ ਨੇ ਆਪਣੀ ਲਾਈਫ ਦੇ ਵਿੱਚ। ਕਦੇ ਇਹ ਪੈਰ ਉਚੇਚ ਕਰਕੇ ਜਾਂਦੇ ਸੀ, ਪਰ ਗੁਰੂ ਦੇ ਸ਼ਬਦ ਨੇ ਹੁਣ ਮੇਰੇ ਅੰਦਰ ਐਸਾ ਠਰਮਾ ਪਾ ਦਿੱਤਾ ਹੈ ਕਿ ਜਿੱਥੇ ਐਸੀ ਮਹਿਫਲਾਂ ਹੁੰਦੀਆਂ ਨੇ ਉੱਥੇ ਮੇਰੇ ਪੈਰ ਨਹੀਂ ਜਾਂਦੇ। ਉਹਦਾ ਵਾਸਤੇ ਮੈਂ ਪਿੰਗਲਾ ਹੋ ਗਿਆ। ਗਲਤ ਪਾਸੇ ਹੁਣ ਮੇਰੇ ਪੈਰ ਜਾਂਦੇ ਹੀ ਨਹੀਂ, ਗਲਤ ਕੰਮ ਵੱਲ ਮੇਰੇ ਪੈਰ ਹੁਣ ਅਗਰਸਰ ਹੁੰਦੇ ਹੀ ਨਹੀਂ। ਹੁਣ ਇਸ ਤੋਂ ਅਗਲੇਰੇ ਸ਼ਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੀ ਛੇਕ। ਕਹਿੰਦੇ ਨੇ ਕਿ ਸਤਿਗੁਰ ਸੂਰਮੇ ਨੇ ਇੱਕ ਐਸਾ ਬਾਣ, ਇੱਕ ਐਸਾ ਸ਼ਬਦ ਦਾ ਬਾਣ ਚਲਾਇਆ ਕਿ ਜਿਹਦੇ ਕਰਕੇ ਹੁਣ ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ ਨਾ, ਉਹ ਦੁਨੀਆ ਦੇ ਭਾਣੇ ਗੂੰਗਾ, ਕਮਲਾ, ਬੋਲਾ ਤੇ ਲੂਲਾ ਹੋ ਜਾਂਦਾ ਹੈ, ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ। ਹੁਣ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਰਹਿੰਦੀ। ਹੁਣ ਉਹਦੇ ਜੀਵਨ ਦੇ ਅੰਦਰ ਇਹ ਤਬਦੀਲੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਸ ਮਨੁੱਖ ਨੂੰ ਸੂਰਮਾ ਸਤਿਗੁਰ ਆਪਣੇ ਸ਼ਬਦ ਦਾ ਇੱਕ ਤੀਰ ਮਾਰ ਦੇ ਨਾ, ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰਅਹੰਕਾਰ ਹੋ ਜਾਂਦਾ ਹੈ, ਉਸਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ। ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਨੇ ਬਾਣ ਜਿਹੜਾ ਮਾਰਿਆ ਉਹ ਕੋਈ ਤੀਰ ਕਮਾਨ ਲੈ ਕੇ ਖੜੇ ਸੀਗੇ। ਉਹ ਤੀਰ ਕਮਾਨ ਨਹੀਂ ਮਾਰਿਆ ਉਹਨਾਂ ਨੇ ਕੋਈ ਵੀ, ਉਹ ਸ਼ਬਦ ਦਾ ਤੀਰ ਸੀਗਾ। ਉਹ ਸ਼ਬਦ ਦਾ ਤੀਰ, ਅਸੀਂ ਕਹਿੰਦੇ ਹਾਂ ਨਾ ਵੀ ਉਹਦੇ ਸ਼ਬਦ ਜਿਹੜੇ ਨੇ ਉਹ ਮੈਨੂੰ ਤੀਰ ਦੀ ਤਰ੍ਹਾਂ ਵੱਜਿਆ। ਕੋਈ ਕੋੜਾ ਬੋਲਦਾ ਹੈ, ਕੋਈ ਮਾੜਾ ਬੋਲ ਦਿੰਦਾ ਹੈ, ਕੋਈ ਕੁਬੋਲ ਬੋਲ ਦਿੰਦਾ ਹੈ, ਅਸੀਂ ਯਾਦ ਕਰਦੇ ਕਹਿੰਦੇ ਵੀ ਉਹਦਾ ਸ਼ਬਦ ਮੈਨੂੰ ਤੀਰ ਦੀ ਤਰ੍ਹਾਂ ਵੱਜਾ ਸੀਗਾ। ਇੱਥੇ ਤੀਰ ਦੀ ਤਰ੍ਹਾਂ ਸ਼ਬਦ ਵੱਜ ਰਿਹਾ ਹੈ, ਪਰ ਪੋਜ਼ਿਟਿਵ ਵੇ ਦੇ ਵਿੱਚ। ਹੁਣ ਉਹ ਟਰਾਂਸਫਾਰਮ ਹੋ ਗਈ ਸ਼ਖਸੀਅਤ। ਕਬੀਰ ਸਤਿਗੁਰ ਸੂਰਮੇ, ਉਹ ਸੂਰਮੇ ਸਤਿਗੁਰੂ ਨੇ, ਉਹ ਜਿਹੜਾ ਸੂਰਮਾ ਸਤਿਗੁਰੂ ਹੈ ਉਹ ਸ਼ਬਦ ਰੂਪ ਦੇ ਵਿੱਚ, ਜਾਂ ਗੁਰੂ ਸਾਹਿਬ ਜੀ ਦੇ ਉਹ ਸਾਰੇ ਫਲਸਫੇ ਨੂੰ ਜਦੋਂ ਅਸੀਂ ਵਾਚਦੇ ਹਾਂ ਕਿ ਕਿਵੇਂ ਇੱਕ ਸ਼ਬਦ ਮਾਰਿਆ, ਇੱਕ ਸ਼ਬਦ ਦੇ ਨਾਲ ਹੀ ਨਾ, ਦੇਖੋ ਇੱਕ ਸੱਜਣ ਠੱਗ ਸੀਗਾ, ਉਹਨੂੰ ਇੱਕ ਸ਼ਬਦ ਸੁਣਿਆ ਉਸਨੇ, ਔਰ ਇੱਕ ਸ਼ਬਦ ਸੁਣ ਕੇ ਇੱਕ ਐਸਾ ਤੀਰ ਉਹਦੇ ਹਿਰਦੇ ਦੇ ਵਿੱਚ ਵੱਜਾ ਵੀ ਜੋ ਕੁਝ ਤੂੰ ਅੱਜ ਤੱਕ ਕਰਦਾ ਰਿਹਾ ਉਹ ਬਿਲਕੁਲ ਗਲਤ ਸੀ। ਲੋਕਾਂ ਦੇ ਘਰ ਲੁੱਟਦਾ ਸੀਗਾ, ਲੋਕਾਂ ਦਾ ਕਤਲ ਕਰਦਾ ਸੀ, ਬੇਦੋਸ਼ੀ ਲੋਕਾਂ ਨੂੰ ਮਾਰਦਾ ਸੀ। ਇੱਕ ਸ਼ਬਦ ਨੇ ਉਸ ਨੂੰ ਅਹਿਸਾਸ ਕਰਾ ਦਿੱਤਾ ਕਿ ਅਸਲ ਵਿੱਚ ਤੂੰ ਗਲਤ ਹੈ। ਇੱਕ ਸ਼ਬਦ ਵੱਜਿਆ, ਉਹਦਾ ਜੀਵਨ ਚੇਂਜ ਹੋ ਗਿਆ। ਲਾਗਤ ਹੀ ਭੋਏ ਗਿਰ ਪਰਿਆ, ਧਰਤੀ ਤੇ ਨਹੀਂ ਡਿੱਗਿਆ। ਹੁਣ ਇੱਥੇ ਇਹਦੇ ਭਾਵ ਅਰਥ ਅਸੀਂ ਇਸ ਢੰਗ ਦੇ ਨਾਲ ਲੈ ਸਕਦੇ ਹਾਂ ਕਿ ਲਾਗਤ ਹੀ ਭੋਏ ਗਿਰ ਪਰਿਆ। ਜਦੋਂ ਸਾਡੇ ਮਾਈਂਡ ਵਿੱਚ, ਜਦੋਂ ਸਾਡੇ ਮਨ ਵਿੱਚ ਗੁਰੂ ਸ਼ਬਦ ਅਸਰ ਪਾਉਂਦਾ ਹੈ, ਜਦੋਂ ਇਸ ਸ਼ਬਦ ਦੇ ਨਾਲ ਅਸੀਂ ਆਪਣੀ ਸੋਚ ਦੇ ਉੱਤੇ, ਥਾਟ ਪ੍ਰੋਸੈਸ ਉੱਤੇ ਚੇਂਜ ਲਿਆ ਕੇ ਗੁਰੂ ਦੇ ਅਕੋਰਡਿੰਗ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਔਰ ਸ਼ਬਦ ਨੂੰ ਕੇਵਲ ਸੁਣਦੇ ਨਹੀਂ, ਪ੍ਰੈਕਟੀਕਲ ਜੀਣਾ ਵੀ ਸ਼ੁਰੂ ਕਰ ਦਿੰਦੇ ਹਾਂ। ਕਹਿੰਦੇ ਲਾਗਤ ਹੀ ਭੋਏ ਗਿਰ ਪਰਿਆ। ਹੁਣ ਜਿਹੜਾ ਆਕੜ ਕੇ ਚੱਲਦਾ ਹੁੰਦਾ ਸੀ ਨਾ ਸਮਾਜ ਵਿੱਚ, ਹੰਕਾਰ ਕੇ, ਪ੍ਰਤੀਕ ਹੈ ਨਾ, ਅਸੀਂ ਗੁਰੂ ਸਾਹਿਬ ਨੇ ਪ੍ਰਤੀਕ ਵਰਤੇ ਨੇ, ਆਕੜ ਕੇ ਚੱਲਦਾ ਹੈ ਸੰਸਾਰ ਦੇ ਵਿੱਚ। ਧਰਤੀ ਨੂੰ ਨਿਮਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹੁਣ ਜਿਹੜਾ ਆਕੜ ਕੇ ਚੱਲਦਾ ਹੁੰਦਾ ਸੀ ਨਾ, ਬੜਾ, ਜਿਹੜਾ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ ਕਿ ਮੈਂ ਬੜਾ ਸੋਹਣਾ,
मैं बड़ा जवान उच्चा लंबा चौड़ा, मेरा घर बड़ा ਵੱਡਾ, ਮੇਰੇ ਕੋਲ ਧਨ ਜਾਇਦਾਦ ਬਹੁਤ ਵੱਡੇ ਜ਼ਿਆਦਾ, ਮੇਰਾ ਬੈਂਕ ਬੈਲੈਂਸ ਬਹੁਤ ਵੱਡਾ। ਔਰ ਇਹ ਸਾਰਾ ਕੁਝ ਹੁੰਦਿਆਂ ਸੁਣਦਿਆਂ ਮੇਰਾ ਪਰਿਵਾਰ ਬੜਾ ਵਧੀਆ, ਸਾਰਾ ਵੈਲ ਸੈਟਲਡ। ਹੁਣ ਉਹ ਜਿਹੜਾ ਆਕੜ ਕੇ ਲੋਕਾਂ ਦੇ ਸਾਹਮਣੇ ਤੁਰਦਾ ਹੁੰਦਾ ਸੀ ਨਾ, ਔਰ ਲੋਕਾਂ ਨੂੰ ਅਹਿਸਾਸ ਵੀ ਕਰਾਉਂਦਾ ਹੁੰਦਾ ਸੀ ਕਿ ਸੁਸਾਇਟੀ ਦੇ ਅੰਦਰ ਲੋਕਾਂ ਨੂੰ ਅਹਿਸਾਸ ਵੀ ਹੋਵੇ ਕਿ ਜੋ ਕੁਝ ਮੈਂ ਹਾਂ, ਲੋਕਾਂ ਨੂੰ ਮੈਂ ਡੋਮੀਨੇਟ ਕਰਾਂ, ਮੇਰੀ ਪਰਸਨੈਲਿਟੀ ਲੋਕਾਂ ਨੂੰ ਡੋਮੀਨੇਟ ਕਰੇ। ਉਹ ਕਹਿੰਦੇ ਨਹੀਂ, ਹੁਣ ਟਰਾਂਸਫਾਰਮ ਹੋ ਗਿਆ ਹੈ, ਲਾਗਤ ਹੀ ਭੋਏ ਗਿਰ ਪਰਿਆ, ਯਾਨੀ ਕਿ ਧਰਤੀ ਤੇ ਆ ਗਿਆ ਹੈ। ਭੋਏ ਦਾ ਮਤਲਬ ਨਿਮਰਤਾ ਦੇ ਵਿੱਚ ਆ ਗਿਆ। ਹੁਣ ਉਹਦੀ ਜ਼ਿੰਦਗੀ ਦੇ ਵਿੱਚ ਨਿਮਰਤਾ ਆ ਗਈ ਹੈ, ਉਹਨੂੰ ਨਿਮਰਤਾ ਦਾ ਅਹਿਸਾਸ ਔਰ ਉਹ ਆਨੰਦ ਮਾਣਦਾ ਹੈ। ਉਹ ਲੋਕਾਂ ਦੇ ਨਾਲ ਪੋਲਾਈਟਲੀ ਗੱਲ ਕਰਦਾ ਹੈ। ਉਹਦੀ ਸ਼ਖਸੀਅਤ ਦੇ ਵਿੱਚ ਕਿਸੇ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ ਹੁੰਦੀ। ਉਹ ਆਪਣੇ ਕਿਸੇ ਵੀ ਕਰਮ ਦੇ ਨਾਲ, ਕਿਸੇ ਐਕਸ਼ਨ ਔਰ ਰਿਐਕਸ਼ਨ ਦੇ ਨਾਲ, ਆਪਣੇ ਬਿਹੇਵੀਅਰ ਦੇ ਨਾਲ, ਆਪਣੇ ਗੈਸਚਰ ਦੇ ਨਾਲ, ਦੇਖੋ ਕਿਸੇ ਨੂੰ ਨੀਵਾਂ ਦਿਖਾਉਣਾ ਹੋਏ ਨਾ, ਗੈਸਚਰ ਹੀ ਬਹੁਤ ਹੁੰਦਾ ਹੈ, ਉਹਦਾ ਗੈਸਚਰ ਹੀ ਬਹੁਤ ਹੁੰਦਾ ਹੈ। ਉਹ ਜਿਵੇਂ ਬਹਿੰਦਾ ਹੈ ਕਿਸੇ ਦੇ ਘਰ ਜਾ ਕੇ, ਜਾਂ ਕਿਸੇ ਦੇ ਨਾਲ ਗੱਲ ਕਰਦਾ ਹੈ, ਆਪਣੇ ਤੋਂ ਆਰਥਿਕ ਤੌਰ ਤੇ ਕੋਈ ਨੀਵਾਂ ਹੈ, ਗਰੀਬ ਹੈ, ਤੇ ਉਹਦਾ ਗੈਸਚਰ ਹੀ ਬਹੁਤ ਹੈ ਉਹਨੂੰ ਨੀਵਾਂ ਦਿਖਾਉਣ ਦੇ ਵਾਸਤੇ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਉਹ ਗੈਸਚਰ ਵੀ ਨਹੀਂ ਰਿਹਾ, ਅੰਦਰੋਂ ਨੀਵਾਂ ਹੋ ਗਿਆ। ਅੰਦਰੋਂ ਉਹ ਇਸ ਢੰਗ ਦੇ ਨਾਲ ਆਪਣੀ ਪਰਸਨੈਲਿਟੀ ਦੇ ਵਿੱਚ ਉਸਨੇ ਟਰਾਂਸਫਾਰਮ ਕੀਤਾ ਹੈ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਲਾਗਤ ਹੀ ਭੋਏ ਗਿਰ ਪਰਿਆ, ਉਹ ਧਰਤੀ ਤੇ ਯਾਨੀ ਕਿ ਨਿਮਰਤਾ ਦੇ ਵਿੱਚ ਆ ਗਿਆ ਹੈ। ਪਰਾ ਕਰੇ ਜੇ ਛੇਕ, ਉਹਦੇ ਹਿਰਦੇ ਦੇ ਵਿੱਚ ਸਤਿਗੁਰੂ ਦੇ ਸ਼ਬਦ ਨੇ। ਉਹ ਇੱਕ ਐਸਾ, ਇਉਂ ਕਹਿ ਲਓ, ਛੇਕ ਦਾ ਮਤਲਬ ਕਿ ਇੱਕ ਉਹਦੇ ਅੰਦਰ ਇੱਕ ਐਸਾ ਸ਼ਬਦ ਦੇ ਰਾਹੀਂ ਉਹਦੇ ਜੀਵਨ ਦੇ ਅੰਦਰ ਤਬਦੀਲੀ ਲਿਆ ਦਿੱਤੀ ਹੈ, ਜਿਹਦੇ ਕਰਕੇ ਉਹ ਹੁਣ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਨਿਮਰਤਾ ਦੇ ਨਾਲ ਜੀਣ ਦਾ ਉਹ ਆਨੰਦ ਮਾਣਦਾ ਹੈ, ਉਹ ਅਹਿਸਾਸ ਕਰਦਾ ਹੈ। ਪਰ ਹੋਵੇਗਾ ਕਿਵੇਂ? ਕਹਿੰਦੇ ਕਬੀਰ ਸਾਹਿਬ ਜੀ ਵੀ ਉਹ ਸਤਿਗੁਰੂ ਸੂਰਮੇ ਦੇ ਰਾਹੀਂ ਹੋਵੇਗਾ। ਫਿਰ ਉਹ ਐਸੀ ਅਵਸਥਾ ਦੇ ਵਿੱਚ ਆ ਸਕਦਾ ਹੈ ਜਿੱਥੇ ਕਿ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗੁਲ ਪਿਆ, ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ ਬਹਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਸੋ ਸਮਾਂ ਸਮਾਪਤ ਹੈ। ਇਤਨੀਆਂ ਕੁ ਬਿਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।